ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਸਾਰੇ ਜਣੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਸਾਲ ਦੀ ਤਰ੍ਹਾਂ ਸਤਿਕਾਰਯੋਗ ਬਾਬਾ ਜੀ ਬਾਬਾ ਜਗਤ ਸਿੰਘ ਜੀ, ਸਤਿਕਾਰਯੋਗ ਬਾਬਾ ਜੀ ਬਾਬਾ ਸੂਬਾ ਸਿੰਘ ਜੀ, ਉਹਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਦੀ ਯਾਦ ਆਪ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਮਨਾ ਰਹੇ ਹਾਂ। ਕਈ ਦਿਨਾਂ ਤੋਂ ਗੁਰਬਾਣੀ ਦੇ ਪ੍ਰਵਾਹ ਅਸਥਾਨ ਤੇ ਚੱਲ ਰਹੇ ਨੇ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰਾਗੀ ਜਥੇ ਕੀਰਤਨ ਕਰ ਰਹੇ ਨੇ। ਵੱਡੇ ਵੱਡੇ ਵਿਦਵਾਨ ਜਿਸ ਜਿਸ ਤਰ੍ਹਾਂ ਦੀ ਉਹਨਾਂ ਕੋਲ ਕਲਾ ਹੈ ਉਸ ਅਨੁਸਾਰ ਗੁਰੂ ਜੀ ਦਾ ਜਸ ਤੁਹਾਨੂੰ ਸੁਣਾ ਰਹੇ ਨੇ। ਅੱਜ ਸੰਪੂਰਨਤਾਈ ਦਾ ਸਮਾਂ ਹੈ, ਕੁਝ ਕੁ ਸਮਾਂ ਬਾਕੀ ਬਚਿਆ ਹੈ ਜੋ ਆਪਾਂ ਰਲ ਮਿਲ ਕੇ ਸਾਰੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਜੀ ਦੀ ਮੱਤ ਪ੍ਰਾਪਤ ਕਰੀਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੁੱਖ ਵਾਕ ਸ਼ਬਦ ਉਚਾਰਿਆ, ਸੋਹੀ ਮਹੱਲਾ ਪਹਿਲਾ, ਸੋਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਦੁਲੰਭ ਉਸ ਨੂੰ ਕਹਿੰਦੇ ਨੇ ਜਿਹੜੀ ਚੀਜ਼ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਵੇ ਉਹਨੂੰ ਦੁਲੰਭ ਆਖਦੇ, ਦੁਰਲੱਭ ਵੀ ਆਖਦੇ ਨੇ ਜੀ। ਜੋ ਬਹੁਤ ਹੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਵੇ, ਬੜੇ ਚਿਰਾਂ ਬਾਅਦ ਜਿਹੜੀ ਵਾਰੀ ਆਵੇ ਉਹਨੂੰ ਆਖਿਆ ਦੁਰਲੱਭ ਦੁਲੰਭ। ਮਾਨਸ ਦੇ ਸਾਰਿਆਂ ਨੂੰ ਹੀ ਬੜੇ ਚਿਰਾਂ ਦੇ ਬਾਅਦ ਮਿਲੀ ਹੈ ਜੀ, ਬੜੀ ਦੁਰਲੱਭ, ਹਰ ਇੱਕ ਦੀ ਦੁਰਲੱਭ ਹੈ ਜੀ, ਸਾਰਿਆਂ ਦੀ ਦੁਰਲੱਭ ਹੈ ਜੀ। ਤੇ ਸਾਰਿਆਂ ਨੂੰ ਬੜੇ ਚਿਰਾਂ ਬਾਅਦ ਇਹ ਮੌਕਾ ਮਿਲਿਆ, ਬੜੇ ਚਿਰਾਂ ਬਾਅਦ ਇਹ ਵਾਰੀ ਮਿਲੀ ਹੈ। ਮਾਨਸ ਜਨਮ ਦੁਲੰਭ, ਕਿਉਂ ਦੁਲੰਭ ਹੈ ਜੀ, ਕਿਉਂ ਚਿਰਾਂ ਬਾਅਦ ਮਿਲਿਆ ਜੀ, ਕੀ ਕਾਰਨ ਹੈ ਜੀ? ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਮਨੁੱਖ, ਹੇ ਬੰਦੇ, ਇਹ ਮਾਨਸ ਦੇ ਪ੍ਰਾਪਤ ਹੋਣ ਤੋਂ ਪਹਿਲਾਂ ਕੀ ਸੀ, ਤੂੰ ਕੀ ਸੀ, ਕਿਸ ਕਿਸ ਤਰ੍ਹਾਂ ਤੇਰਾ ਸਮਾਂ ਬਤੀਤ ਹੁੰਦਾ ਰਿਹਾ? ਪਾਤਸ਼ਾਹ ਜੀ ਫਰਮਾਉਂਦੇ ਨੇ, ਕਈ ਜਨਮ ਭਏ ਕੀਟ ਪਤੰਗਾ। ਬੰਦਾ ਬਣਨ ਤੋਂ ਪਹਿਲਾਂ ਤੂੰ ਜਨਮਾਂ ਦੇ ਜਨਮ, ਜਨਮਾਂ ਦੇ ਜਨਮ ਕੀੜਾ ਪਤੰਗਾ ਬਣਦਾ ਰਿਹਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਬੜੇ ਧੱਕੇ ਖਾਧੇ, ਬੜੇ ਦੁੱਖ ਝੱਲੇ, ਬੜੀਆਂ ਮੁਸ਼ਕਲਾਂ ਦੇ ਵਿੱਚ ਦੀ ਲੰਘਣਾ ਪਿਆ ਤੇ ਬੜੇ ਚਿਰਾਂ ਬਾਅਦ ਮਨੁੱਖ ਬਣਨ ਦੀ ਵਾਰੀ ਪ੍ਰਾਪਤ ਹੋਈ। ਤੇ ਇਸ ਮਨੁੱਖ ਦੇਹ ਦੇ ਵਿੱਚ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਭਈ ਉਹ ਚੱਕਰ ਮੁੜ ਕੇ ਫੇਰਨਾ ਸ਼ੁਰੂ ਹੋ ਜਾਵੇ ਜੀ। ਕਿਤੇ ਮੁੜ ਕੇ ਫਿਰ ਕੀੜੇ ਪਤੰਗੇ ਨਾ ਬਣਨਾ ਪਵੇ, ਫਿਰ ਸੱਪ ਹਾਥੀ ਨਾ ਬਣਨਾ ਪਵੇ, ਪਸ਼ੂਆਂ ਦੀ ਜੂਨਾਂ ਵਿੱਚ ਨਾ ਪੈਣਾ ਪਵੇ। ਇਹ ਮਾਨਸ ਦੇ ਮਿਲੀ ਵੀ ਉਸ ਮਹਾ ਦੁਖਦਾਈ ਚੱਕਰ ਤੋਂ ਬਚਿਆ ਜਾਵੇ।
ਪਰ ਇਸ ਸੰਸਾਰ ਦੇ ਵਿੱਚ ਆ ਕੇ ਕੀ ਹੋਇਆ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਦੇ ਵਿੱਚ ਲੱਗ ਕੇ ਭੁਲੇਖੇ ਦੇ ਵਿੱਚ ਪੈ ਕੇ ਤੇ ਬੰਦੇ ਨੇ ਜੋ ਕਰਨ ਵਾਸਤੇ ਆਇਆ ਸੀ ਉਹ ਕੀਤਾ ਨਾ। ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਜਿਸ ਨੇ ਮੁਖ ਗੁਰੂ ਵਾਲੇ ਪਾਸੇ ਕਰ ਲਿਆ, ਆਪਣਾ ਮੂੰਹ ਗੁਰੂ ਵਾਲੇ ਪਾਸੇ ਕਰ ਲਿਆ, ਵੀ ਜੋ ਗੁਰੂ ਜੀ ਕਹਿੰਦੇ ਉਹ ਗੱਲ ਮੰਨਣੀ ਹੈ ਜੀ, ਉਹ ਕੰਮ ਕਰਨਾ ਜਿਹੜਾ ਮੇਰੇ ਗੁਰੂ ਜੀ ਨੇ ਆਖਿਆ ਜੀ। ਗੁਰਮੁਖ ਨੇ ਮਾਨਸ ਜਨਮ ਦੇ ਵਿੱਚ ਖੱਟੀ ਖੱਟਣ ਵਾਸਤੇ ਪੱਕਾ ਫੈਸਲਾ ਕਰ ਲਿਆ ਜੀ, ਇਹ ਗੁਰੂ ਦੀ ਗੱਲ ਹੀ ਮੰਨਣੀ ਹੈ ਜੀ। ਤੇ ਉਹ ਕੰਮ ਕਰਨੇ ਨੇ ਜਿਹੜੇ ਕੰਮ ਕੀਤਿਆਂ ਗੁਰੂ ਖੁਸ਼ ਹੋਵੇ, ਗੁਰੂ ਪ੍ਰਸੰਨ ਹੋਵੇ, ਗੁਰੂ ਦੀ ਮੇਰੇ ਉੱਤੇ ਮਿਹਰ ਹੋਵੇ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਵੇ, ਉਹ ਕੰਮ ਕਰਨੇ ਨੇ ਮੈਂ ਜੀ। ਤੇ ਸੰਗਤ ਜੀ, ਜਿਹਦੇ ਉੱਪਰ ਗੁਰੂ ਦਿਆਲ ਹੋਵੇ ਨਾ ਜੀ, ਉਹਨੂੰ ਗੁਰੂ ਜੀ ਪੱਕਾ ਪ੍ਰੇਮ ਬਖਸ਼ਦੇ, ਪੱਕਾ ਪ੍ਰੇਮ ਜੀ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਪੱਕਾ ਪ੍ਰੇਮ ਬਖਸ਼ਿਆ, ਉਹਨਾਂ ਦੀ ਜੁਗੋ ਜੁਗ ਸੋਭਾ ਹੋ ਰਹੀ ਹੈ ਜੀ। ਪ੍ਰੇਮ ਤੇ ਆਪਣੇ ਵਿੱਚ ਵੀ ਹੈਗਾ ਜੀ, ਪ੍ਰੇਮ ਹੈਗਾ ਤਾਂ ਤੁਸੀਂ ਆ ਕੇ ਬੈਠੇ ਹੋ, ਪਰ ਘੜੀ ਦੀ ਘੜੀ ਹੈ, ਥੋੜ੍ਹੇ ਚਿਰ ਵਾਸਤੇ, ਉੱਥੇ ਗਏ ਸਾਰਾ ਕੁਝ ਫਿਰ ਭੁੱਲ ਜਾਣਾ ਜੀ। ਕਈਆਂ ਦਾ ਬੈਠਿਆਂ ਦਾ ਵੀ ਕੋਈ ਧਿਆਨ ਨਹੀਂ ਹੈਗਾ ਜੀ, ਆਏ ਨੇ ਕੋਈ ਧਿਆਨ ਨਹੀਂ ਹੈਗਾ, ਕੋਈ ਕੀ ਬੋਲ ਰਿਹਾ, ਕੋਈ ਕੀ ਕਹਿ ਰਿਹਾ ਜੀ। ਪ੍ਰੇਮ ਘੜੀ ਦੀ ਘੜੀ ਆਉਂਦਾ, ਥੋੜ੍ਹਾ ਚਿਰ ਆਉਂਦਾ, ਮੁੜ ਕੇ ਬੰਦਾ ਫਿਰ ਹੋ ਜਾਂਦਾ। ਘੜੀ ਪਾਠ ਕੀਤਾ, ਚਲੋ ਮਨ 'ਚ ਪ੍ਰੇਮ ਬਣ ਗਿਆ, ਕਿਸੇ ਸੰਤਾਂ ਕੋਲ ਬੈਠੇ ਥੋੜ੍ਹਾ ਬਹੁਤਾ ਪ੍ਰੇਮ ਅੰਦਰ ਬਣ ਗਿਆ, ਕਿਤੇ ਹੋਰ ਚੰਗੀਆਂ ਗੱਲਾਂ ਸੁਣੀਆਂ, ਪੱਕਾ ਨਹੀਂ ਹੈਗਾ ਜੀ। ਕਦੀ ਬਣ ਗਿਆ, ਕਦੇ ਹਟ ਗਿਆ। ਕਈਆਂ ਦਾ ਪ੍ਰੇਮ ਡੱਬ ਖੜਬਾ ਜਿਹਾ ਰਹਿੰਦਾ ਜੀ। ਮਹਾਰਾਜ ਉਸ ਸਿੱਖ ਨੂੰ ਪ੍ਰਵਾਨ ਕਰਦੇ ਨੇ ਜਿਹਦਾ ਪੱਕਾ ਪ੍ਰੇਮ ਆ ਜੀ, ਪੱਕਾ। ਉਸੇ ਬਾਰੇ ਤੁਸੀਂ ਬੜੀ ਵਾਰ ਪੜ੍ਹਿਆ ਸੁਣਿਆ ਹੋਏਗਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਤੇ ਹੁਣ ਇਹ ਚਾਅ ਹਰ ਇੱਕ ਦੇ ਅੰਦਰ ਥੋੜ੍ਹਾ ਹੋ ਸਕਦਾ ਜੀ। ਹਾਂਜੀ, ਅਗਲੀ ਗੱਲ ਹੁਣ ਕਿੱਡੀ ਵੱਡੀ ਹੈ ਜੀ, ਵੀ ਸਿਰ ਤਰ ਤਲੀ ਗਲੀ ਮੇਰੀ ਆਓ। ਗਿਣਤੀ ਦੇ ਬੰਦੇ ਨੇ, ਗਿਣਤੀ ਦੇ ਬੰਦੇ। ਤੁਸੀਂ ਧਿਆਨ ਦੇ ਨਾਲ ਇਤਿਹਾਸ ਪੜ੍ਹੋ ਤੇ ਉਂਗਲਾਂ ਦੇ ਉੱਤੇ ਤੁਸੀਂ ਗਿਣ ਸਕਦੇ ਵੀ ਕਿੰਨੇ ਕੁ ਬੰਦੇ ਨੇ ਜਿਨ੍ਹਾਂ ਪ੍ਰੇਮ ਦੀ ਖੇਡ ਖੇਡੀ ਜੀ, ਉਂਗਲਾਂ ਤੇ ਗਿਣ ਸਕਦੇ ਜੀ। ਬਹੁਤ ਜ਼ਿਆਦਾ ਗਿਣਤੀ ਨਹੀਂ ਹੈਗੀ। ਪੱਕੇ ਪ੍ਰੇਮ ਵਾਲੇ ਬੜੇ ਥੋੜ੍ਹੇ ਨੇ ਤੇ ਬੜੇ ਵਿਰਲੇ ਨੇ ਜੀ। ਗੁਰਮੁਖ ਨੇ ਫੈਸਲਾ ਕਰ ਲਿਆ ਕਿ ਮੈਂ ਆਪਣੇ ਸਤਿਗੁਰੂ ਜੀ ਦੇ ਕੋਲੋਂ ਪੱਕਾ ਪ੍ਰੇਮ ਲੈਣਾ ਜੀ, ਪੱਕਾ ਪ੍ਰੇਮ ਲੈਣਾ, ਕੱਚਾ ਪ੍ਰੇਮੀ ਨਹੀਂ ਬਣਨਾ ਜੀ। ਤੇ ਹੁਣ ਗੁਰਮੁਖ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਹੜਾ ਸਿੱਖ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇ, ਜਿਹਨੂੰ ਗੁਰੂ ਜੀ ਪ੍ਰਵਾਨ ਕਰ ਲੈਂਦੇ ਨੇ, ਆਪਣਾ ਬਣਾ ਲੈਂਦੇ ਨੇ, ਉਹਨੂੰ ਮਹਾਰਾਜ ਪ੍ਰੇਮ ਦੀ ਦਾਤ ਦੇ ਦਿੰਦੇ ਨੇ ਜੀ। ਇਸ ਗੱਲ ਨੂੰ ਮੁੱਖ ਰੱਖ ਕੇ ਗੁਰੂ ਨੇ, ਸਿੱਖ ਨੇ ਹਮੇਸ਼ਾ ਹੀ ਪੱਕਾ ਇਰਾਦਾ ਧਾਰਨ ਕਰਕੇ ਤੇ ਆਪਣਾ ਮੂੰਹ ਗੁਰੂ ਵਾਲੇ ਪਾਸੇ ਕਰ ਲਿਆ ਜੀ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਜੇ ਸਤਿਗੁਰੂ ਨੂੰ ਭਾ ਗਿਆ ਤੇ ਫਿਰ ਪੱਕਾ ਪ੍ਰੇਮ ਲੱਗੇਗਾ। ਚੁਲੰਭ ਦਾ ਅਰਥ ਹੁੰਦਾ ਪੱਕਾ ਪ੍ਰੇਮ ਜੀ, ਜਿਹ 'ਚ ਡੱਬ ਖੜੱਬ ਨਾ ਪਵੇ, ਵਧੇ ਘਟੇ ਨਾ ਜੀ। ਭਾਵੇਂ ਦੁੱਖ ਆਵੇ ਤੇ ਭਾਵੇਂ ਸੁੱਖ ਆਵੇ ਜੀ, ਭਾਵੇਂ ਸਾਹਮਣੇ ਮੌਤ ਖੜੀ ਹੈ ਜੀ, ਹਾਂਜੀ, ਪੱਕਾ ਪ੍ਰੇਮ ਆ ਜੀ, ਕੋਈ ਡਰ ਨਹੀਂ ਲੱਗ ਰਿਹਾ ਜੀ। ਗੁਰਮੁਖ ਨੇ ਫੈਸਲਾ ਕਰ ਲਿਆ ਵੀ ਹਰ ਗੱਲ ਗੁਰੂ ਦੀ ਸੁਣਨੀ ਆ, ਹਰ ਗੱਲ ਗੁਰੂ ਜੀ ਦੀ ਮੰਨਣੀ ਆ। ਜਿਹੜਾ ਕੰਮ ਗੁਰੂ ਜੀ ਨੇ ਕਿਹਾ ਉਹ ਕਰਨਾ ਹੈ ਤੇ ਗੁਰੂ ਕੀ ਖੁਸ਼ੀ ਲੈਣੀ ਹੈ, ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਨ, ਮੈਨੂੰ ਵੀ ਉਹਨਾਂ ਆਪਣੇ ਪਿਆਰੇ ਗੁਰਸਿੱਖਾਂ ਦੇ ਵਿੱਚ ਮਹਾਰਾਜ ਸ਼ਾਮਲ ਕਰ ਲੈਣ ਜੀ। ਬਖਸ਼ ਦੇਣ ਜਿਹੜਾ ਪ੍ਰੇਮ ਕਦੇ ਘਟਦਾ ਨਹੀਂ ਗਾ ਜੀ, ਜਿਹਦੇ ਵਿੱਚ ਕਦੇ ਕਮੀ ਨਹੀਂ ਆਉਂਦੀ ਜੀ। ਪ੍ਰੇਮ ਬੜੀ ਵੱਡੀ ਦਾਤ ਜੇ,
ਜਿਹਦਾ ਮੁੱਲ ਹੀ ਕੋਈ ਨਹੀਂ ਹੈਗਾ ਜੀ। ਗੁਰਮੁਖ ਨੇ ਫੈਸਲਾ ਕਰਕੇ ਕੀ ਕੀਤਾ ਜੀ? ਚੱਲਾ ਜਨਮ ਸਵਾਰ ਵੱਖਰ ਸੱਚ ਲੈ। ਗੁਰਮੁਖ ਨੇ ਆਪਣੀ ਜ਼ਿੰਦਗੀ ਦਾ ਚਾਲ ਚੱਲਣ, ਰਹਿਣ ਬਹਿਣ, ਢੰਗ ਤਰੀਕਾ ਇਸ ਤਰ੍ਹਾਂ ਦਾ ਬਣਾਇਆ, ਆਪਣੇ ਜਨਮ ਨੂੰ ਸਵਾਰਨ ਵਾਸਤੇ ਦਿਨ ਰਾਤ ਉਹਨੇ ਇੱਕ ਕਰ ਲਿਆ ਜੀ। ਵੇਖੋ ਨਾ, ਹੁਣ ਆਪਾਂ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਜੀ, ਕਿੱਡਾ ਸੋਹਣਾ ਉਹਨਾਂ ਦੀ ਯਾਦ 'ਚ ਸਥਾਨ ਬਣਿਆ। ਜਿੱਦਣ ਉਹ ਆ ਕੇ ਬੈਠੇ ਜੀ, ਕੱਖਾਂ ਦੀ ਕੁੱਲੀ ਸੀ। ਜਿੱਦਣ ਆ ਕੇ ਬੈਠੇ, ਕੱਖਾਂ ਦੀ ਕੁੱਲੀ ਵਿੱਚ ਬੈਠੇ ਜੀ। ਖਾਣ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ, ਰਹਿائش ਦਾ ਪ੍ਰਬੰਧ ਨਹੀਂ ਕੋਈ ਹੈਗਾ, ਅੱਤ ਦੀ ਗਰੀਬੀ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਚਾਲ, ਜਿਸ ਚਾਲ ਬਾਰੇ ਗੁਰਬਾਣੀ ਵਿੱਚ ਮਹਾਰਾਜ ਹੁਕਮ ਕਰਦੇ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਚਾਲ ਜਿਹੜੀ ਹੈ ਨਾ ਜੀ, ਉਹ ਬਣਾਈ ਜਿਹੜੀ ਗੁਰੂ ਜੀ ਨੂੰ ਚੰਗੀ ਲੱਗੇ ਜੀ। ਤੇ ਵੇਖ ਲਓ, ਝੰਡੇ ਝੂਲਣ ਡਏ ਨੇ ਜੀ। ਆਪਣੇ ਘਰ ਵਿੱਚ ਤੁਸੀਂ ਸਿਆਣੇ ਸਰੀਰ ਬੈਠੇ ਹੋ, ਕਈ ਵਾਰ ਟਾਈਮ ਨਾਲ ਆਪਣੇ ਘਰ 'ਚ ਆਪਾਂ ਨੂੰ ਰੋਟੀ ਨਹੀਂ ਮਿਲਦੀ ਜੀ। ਇਹ ਸੱਚਾਈ ਹੈਗੀ ਹੈ ਜੀ। ਜੋ ਅਸੀਂ ਚਾਹੁੰਦੇ ਆਪਣੇ ਘਰ ਵਿੱਚ ਉਹ ਨਹੀਂ ਹੁੰਦਾ ਜੀ। ਇਸੇ ਕਰਕੇ ਘਰਾਂ 'ਚ ਕਲੇਸ਼ ਹੈ ਜੀ, ਲੜਾਈ ਝਗੜਾ। ਹੋਰ ਕਾ ਅਸੀਂ ਚਾਹੁੰਦੇ ਆ, ਘਰ ਵਿੱਚ ਉਹ ਗੱਲ ਨਹੀਂ ਮੰਨੀ ਜਾਂਦੀ ਜੀ। ਘਰ ਵਾਲੀ ਨਹੀਂ ਮੰਨਦੀ, ਬੱਚੇ ਨਹੀਂ ਮੰਨਦੇ। ਟਾਈਮ ਦੇ ਨਾਲ ਹਰ ਚੀਜ਼ ਸਾਨੂੰ ਆਪਣੇ ਘਰ ਵਿੱਚ ਨਹੀਂ ਮਿਲਦੀ। ਸਾਨੂੰ ਕਈ ਵਾਰ ਰਜਵੀਂ ਰੋਟੀ ਨਹੀਂ ਮਿਲਦੀ ਆਪਣੇ ਘਰ ਦੇ ਵਿੱਚ, ਤੇ ਕਿਸੇ ਨੂੰ ਅਸੀਂ ਕਿੱਥੋਂ ਖਵਾਉਣੀ ਹੈ ਜੀ। ਪਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਵਾਰੀ, ਆਪਣਾ ਜੀਵਨ ਸਵਾਰਿਆ, ਗੁਰੂ ਦੀ ਦੱਸੀ ਹੋਈ ਚਾਲ ਤੇ ਚੱਲੇ, ਉਹਨਾਂ ਦੇ ਸਥਾਨਾਂ ਤੇ ਰੋਜ਼ ਲੰਗਰ ਚੱਲ ਰਿਹਾ ਜੀ। ਤੁਸੀਂ ਕਿੰਨੇ ਕਿੰਨੇ ਪੈਸੇ ਵਾਲੇ ਸਰੀਰ ਇੱਥੇ ਬੈਠੇ ਜੇ, ਸ਼ਾਇਦ ਮੇਰਾ ਖਿਆਲ ਸਾਲ ਵਿੱਚ ਇੱਕ ਵਾਰ ਵੀ ਤੁਹਾਡੇ ਘਰ ਕੀਰਤਨ ਨਾ ਹੁੰਦਾ ਹੋਏਗਾ ਜੀ। ਸਾਲ ਵਿੱਚ ਇੱਕ ਵਾਰ ਕੋਈ ਭਾਗਾਂ ਵਾਲਾ ਕਰਾਉਂਦਾ, ਕਿੱਥੇ ਬੰਦਾ ਕਰਾਉਂਦਾ ਜੀ। ਇੱਧਰ ਕਿਹਦਾ ਧਿਆਨ ਹੈ ਜੀ? ਕਿੰਨਿਆਂ ਕਿਤੇ ਤੁਹਾਡੇ ਘਰਾਂ ਵਿੱਚ ਰੋਜ਼ ਕਥਾ ਹੁੰਦੀ ਤੇ ਰੋਜ਼ ਕੀਰਤਨ ਦਰਬਾਰ ਹੁੰਦੇ ਨੇ ਜੀ। ਉਹਦਾ ਕਾਰਨ ਇਹ ਹੈ, ਮੁੱਖ ਦੁਨੀਆ ਵਾਲੇ ਪਾਸੇ ਰੱਖਿਆ, ਸੰਸਾਰ ਵਾਲੇ ਪਾਸੇ ਰੱਖਿਆ, ਗੁਰੂ ਵਾਲੇ ਪਾਸੇ ਮੂੰਹ ਨਹੀਂ ਕੀਤਾ, ਗੁਰੂ ਜੀ ਦੀ ਗੱਲ ਨਹੀਂ ਮੰਨੀ, ਤੇ ਠੇਡੇ ਖਾਂਦਿਆਂ ਸਾਰੀ ਪਾਸੇ ਕਰ ਲਿਆ। ਹਰ ਗੱਲ ਗੁਰੂ ਜੀ ਦੀ ਮੰਨੀ, ਨਿਸ਼ਾਨਾ ਰੱਖਿਆ ਵੀ ਮੈਂ ਗੁਰੂ ਜੀ ਦੇ ਕੋਲੋਂ ਕੁਝ ਲੈਣਾ ਹੈ, ਕੋਈ ਖੱਟੀ ਖੱਟਣੀ ਹੈ, ਕੋਈ ਪ੍ਰਾਪਤੀ ਕਰਨੀ ਹੈ। ਤੋ ਵੱਡੀ ਪ੍ਰਾਪਤੀ ਕਿਹੜੀ? ਗੁਰੂ ਕੀ ਖੁਸ਼ੀ, ਗੁਰੂ ਜੀ ਦੀ ਪ੍ਰਸੰਨਤਾ, ਗੁਰੂ ਜੀ ਦੀ ਬਖਸ਼ਿਸ਼। ਤੇ ਜਿਹਦੇ ਉੱਤੇ ਗੁਰੂ ਪ੍ਰਸੰਨ ਹੋਇਆ, ਉਹਨੂੰ ਪੱਕਾ ਪ੍ਰੇਮ ਬਖਸ਼ ਦਿੱਤਾ ਗੁਰੂ ਜੀ। ਪ੍ਰੇਮ ਇਹੋ ਜਿਹੀ ਤਾਕਤ ਹੈਗੀ ਆ ਤੇ ਜਿਹੜਾ ਆਰੇ ਦੇ ਥੱਲੇ ਵੀ ਫਿੱਕਾ ਨਹੀਂ ਪਿਆ ਤੇ ਉਬਲਦੀ ਦੇਗ ਵਿੱਚ ਬੈਠਿਆਂ ਵੀ ਫਿੱਕਾ ਨਹੀਂ ਪਿਆ ਜੀ। ਪ੍ਰੇਮ ਇੱਕ ਏਡੀ ਵੱਡੀ ਤਾਕਤ ਹੈਗੀ ਆ। ਗੁਰੂ ਘਰ ਦੀ ਗੱਲ ਤੇ ਬਹੁਤ ਵੱਡੀ ਆ। ਪ੍ਰੇਮ ਤੇ ਇੱਥੇ ਕਿਸੇ ਨਾਲ ਕਿਸੇ ਦਾ ਹੋ ਜੇ ਤੇ ਉਹ ਮਰਨੋਂ ਨਹੀਂ ਡਰਦਾ ਜੀ। ਇਸ ਦੁਨੀਆ ਵਿੱਚ ਝੂਠਾ ਵੀ ਕਿਸੇ ਦਾ ਕਿਸੇ ਨਾਲ ਹੋ ਜੇ, ਉਹ ਨਹੀਂ ਮਰਨੋਂ ਡਰਦਾ ਜੀ। ਸਮਾਜ ਦੀ ਪਰਵਾਹ ਨਹੀਂ ਕਰਦੇ ਜੀ। ਤੇ ਜਿਹਨੂੰ ਸਤਿਗੁਰੂ ਜੀ ਨੇ ਪ੍ਰਵਾਨ ਕਰਕੇ ਪ੍ਰੇਮ ਲਾ ਦਿੱਤਾ, ਉਹ ਕਿੱਡਾ ਮਹਾਨ ਪੁਰਸ਼ ਹੋਏਗਾ ਜੀ। ਕਿੱਡੀ ਵੱਡੀ ਉਹਦੇ ਉੱਤੇ ਰੱਬ ਦੀ ਮਿਹਰ ਹੋਏਗੀ ਜੀ। ਗੁਰਮੁਖ ਨੇ ਫਿਰ ਸਾਰਾ ਹੀ ਜ਼ੋਰ ਲਾ ਦਿੱਤਾ, ਕਿਸ ਕੰਮ ਤੇ ਚੱਲਾ। ਆਪਣੀ ਜ਼ਿੰਦਗੀ ਦਾ ਚਾਲ ਚੱਲਣ ਵਧੀਆ ਬਣਾਇਆ, ਖਾਣ ਪੀਣ ਮਰਜ਼ਾਦਾ ਵਿੱਚ ਲਿਆਂਦਾ ਜੀ। ਉਹਨੇ ਆਪਣੀ ਬੋਲ ਬਾਣੀ ਮਰਜ਼ਾਦਾ ਵਿੱਚ ਲਿਆਂਦੀ, ਆਪਣਾ ਪਹਿਰਾਵਾ ਮਰਜ਼ਾਦਾ ਵਿੱਚ ਲਿਆਂਦਾ, ਆਪਣਾ ਤੁਰਨਾ ਫਿਰਨਾ, ਵੇਖਣਾ ਸੁਣਨਾ ਬੋਲਣਾ ਸਾਰਾ ਕੁਝ ਹੀ ਉਹਨੇ ਮਰਜ਼ਾਦਾ ਦੇ ਵਿੱਚ ਲਿਆਂਦਾ ਜੀ। ਕਿਉਂ? ਗੁਰੂ ਜੀ ਦੀ ਦੱਸੀ ਹੋਈ ਚਾਲ ਤੇ ਚੱਲਣਾ ਨਾ ਜੀ। ਗੁਰੂ ਜੀ ਦੀ ਦੱਸੀ ਹੋਈ ਚਾਲ ਤੇ ਚੱਲਣਾ, ਜੀਵਨ ਨੂੰ ਸਵਾਰਨਾ ਹੈ। ਮੁੱਖ ਗੁਰੂ ਵਾਲੇ ਪਾਸੇ ਰੱਖਿਆ ਤੇ ਜਿਹੜੀ ਵੀ ਗੱਲ ਗੁਰੂ ਜੀ ਨੇ ਕਹੀ, ਧੰਨ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਵਿੱਚ ਪੌੜੀ ਤੁਸੀਂ ਬੜੀ ਵਾਰ ਸੁਣੀ ਹੋਏਗੀ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੀ ਦੁਨੀਆ ਤੋੜੇ ਬੰਧਨਾ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ।
ਤੇ ਅਸੀਂ ਤੇ ਕਦੇ ਆਪਣੇ ਆਪ ਤੇ ਤਰਸ ਹੀ ਨਹੀਂ ਕਰਦੇ ਜੀ। ਜਿਸ ਜਗ੍ਹਾ ਤੇ ਰਾਸ਼ਨ ਪਾਣੀ ਅੰਦਰ ਜਾਂਦਾ ਉਹ ਸਿਰਫ ਇੰਨੀ ਕੁ ਥਾਂ ਹੈਗੀ ਹੈ ਜੀ, ਇੰਨੀ ਕੁ ਜਗ੍ਹਾ ਹੈਗੀ ਆ, ਤੇ ਇੰਨਾ ਰਾਸ਼ਨ ਉਹਦੇ ਵਿੱਚ ਆਪਾਂ ਪਾਉਂਦੇ ਆ, ਤੇ ਕੱਚੀ ਜਗ੍ਹਾ ਜੀ ਉਹ ਜੀ, ਕੋਈ ਲੋਹੇ ਦਾ ਬਣਿਆ ਥਾਂ ਨਹੀਂ ਹੈਗਾ, ਕੋਈ ਸੀਮੈਂਟ ਦੀ ਬਣੀ ਜਗ੍ਹਾ ਨਹੀਂ ਹੈਗੀ ਜੀ। ਇੰਨਾ ਉਹਦੇ ਵਿੱਚ ਆਪਾਂ ਤੁੰਨ ਦਿੰਦੇ ਆ, ਅਸੀਂ ਆਪਣੇ ਤੇ ਤਰਸ ਕੀਤਾ ਜੀ? ਦੱਸੋ ਜੀ, ਆਪਣੇ ਆਪ ਤੇ ਤਰਸ ਕੀਤਾ? ਗੁਰਮੁਖ ਨੇ ਗੁਰੂ ਦੀ ਚਾਲ ਤੇ ਚੱਲਣ ਵਾਸਤੇ ਉਦਮ ਕੀਤਾ ਵੀ ਮੈਂ ਗੁਰੂ ਕੀ ਖੁਸ਼ੀ ਲੈਣੀ ਹੈ, ਗੁਰੂ ਜੀ ਦੇ ਕੋਲੋਂ ਪ੍ਰੇਮ ਦੀ ਦਾਤ ਲੈਣੀ ਹੈ। ਉਹਨੇ ਆਪਣਾ ਚਾਲ ਚੱਲਣ ਵਧੀਆ ਬਣਾਇਆ ਜੀ, ਆਪਣਾ ਜੀਵਨ ਦਾ ਢੰਗ ਤਰੀਕਾ ਵਧੀਆ ਬਣਾਇਆ ਕਿ ਮੈਂ ਟਾਈਮ ਦੇ ਨਾਲ ਭੋਜਨ ਪ੍ਰਸ਼ਾਦਾ ਛਕਣਾ, ਟਾਈਮ ਨਾਲ ਆਰਾਮ ਕਰਨਾ ਤੇ ਟਾਈਮ ਨਾਲ ਉੱਠਣਾ, ਘੱਟ ਬੋਲਣਾ ਤੇ ਵਧੀਆ ਬੋਲਣਾ ਹੈ, ਮਰਜ਼ਾਦਾ ਦੇ ਨਾਲ ਵੇਖਣਾ ਤੇ ਸੁਣਨਾ ਉਹ ਹੈ ਜਿਹਦੇ ਵਿੱਚ ਕਰਤੇ ਪੁਰਖ ਦੀ ਸਿਫਤ ਹੈ ਤੇ ਸ਼ੁਭ ਗੁਣ ਜਿਹਦੇ ਵਿੱਚੋਂ ਪ੍ਰਾਪਤ ਹੁੰਦੇ। ਉਹਨੇ ਆਪਣਾ ਚਾਲ ਚੱਲਣਾ, ਇਹ ਜ਼ਿੰਦਗੀ ਦਾ ਚਾਲ ਚੱਲਣਾ ਜਿਹਦੇ ਵੱਲ ਸਾਡਾ ਧਿਆਨ ਹੀ ਨਹੀਂ ਹੈਗਾ ਜੀ। ਕਦੇ ਸੋਚਦੇ ਨਹੀਂ ਅਸੀਂ ਵੀ ਇਹ ਸਾਡਾ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਚਾਲ ਚੱਲਣ ਹੋਵੇ। ਤੇ ਗੁਰਮੁਖ ਨੇ ਮੁੱਖ ਨਿਸ਼ਾਨਾ ਰੱਖਿਆ ਵੀ ਜ਼ਿੰਦਗੀ ਨੂੰ ਸਵਾਰਨਾ ਹੈ, ਚੱਲੈ ਜਨਮ ਸਵਾਰ। ਜਨਮ ਨੂੰ ਸਵਾਰਨ ਤੇ ਗੁਰਮੁਖ ਨੇ ਜ਼ੋਰ ਲਾ ਦਿੱਤਾ ਕਿ ਗੁਰੂ ਕੀ ਖੁਸ਼ੀ ਪ੍ਰਾਪਤ ਕਰਨੀ ਹੈ, ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਣਾ ਹੈ, ਗੁਰੂ ਮੈਨੂੰ ਆਪਣਾ ਬਣਾ ਲਵੇ, ਗੁਰੂ ਮੇਰੇ ਉੱਤੇ ਭਰੋਸਾ ਕਰੇ ਵੀ ਇਹ ਬੰਦਾ ਪੱਕਾ ਮੇਰਾ ਹੈ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ। ਚੱਲੈ ਜਨਮ ਸਵਾਰ ਵਖਰ ਸੱਚ ਲੈ। ਤੇ ਗੁਰਮੁਖ ਨੇ ਕੰਮ ਧੰਦਾ ਆਪਾਂ ਵੀ ਕਰਦੇ ਨੇ, ਕੰਮ ਗੁਰਮੁਖ ਨੇ ਵੀ ਕੀਤਾ ਜੀ। ਤੇ ਕੰਮ ਜਦੋਂ ਲੋੜ ਵੇਲੇ ਆਪਾਂ ਦਿਨ ਰਾਤ ਵੀ ਕਰਦੇ ਤੇ ਗੁਰਮੁਖ ਵੀ ਦਿਨ ਰਾਤ ਹੀ ਕੰਮ ਕਰਦਾ ਜੀ। ਅਸੀਂ ਹਮੇਸ਼ਾ ਹੀ ਸੰਸਾਰ ਦੇ ਵਿੱਚ ਉਹ ਧੰਦਾ ਕਰਦੇ ਆ ਜਿਸ ਨੂੰ ਸੱਚੇ ਪਾਤਸ਼ਾਹ ਨੇ ਕੂੜਾ ਧੰਦਾ ਆਖਿਆ। ਕੂੜਾ ਧੰਦਾ, ਇੱਥੇ ਧੰਦਾ ਕੂੜਾ ਚਾਰਦੇ ਆਗੇ ਸਰ ਪਰ ਜਾਣਾ। ਤੇ ਗੁਰਮੁਖ ਨੇ ਸੱਚ ਦਾ ਧੰਦਾ ਕੀਤਾ ਜੀ, ਸੱਚ ਦਾ ਸੌਦਾ ਕੀਤਾ, ਸੱਚ ਦਾ ਵਣਜ ਕੀਤਾ, ਸੱਚ ਦਾ ਵਪਾਰ ਕੀਤਾ, ਜਿਸ ਬਾਰੇ ਸਤਿਗੁਰੂ ਜੀ ਕਹਿੰਦੇ ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਿਹਾਰ। ਜਿਨ੍ਹਾਂ ਨੇ ਕੂੜਾ ਧੰਦਾ ਕੀਤਾ, ਦਿਨ ਰਾਤ ਖੱਪ ਕੇ 4 ਕਿੱਲੇ ਜ਼ਮੀਨ ਸੀ 8 ਬਣਾ ਲਏ, 10 ਬਣਾ ਲਏ, 12 ਬਣਾ ਲਏ, 5-7 ਲੱਖ ਰੁਪਈਆ ਜਮ੍ਹਾਂ ਕਰਾ ਲਿਆ, ਕੱਚੇ ਕੋਠੇ ਢਾਹ ਕੇ ਪੱਕੇ ਪਾ ਲਏ ਹੈ ਜੀ। ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਜੀ, ਕੋਈ ਦੁਨੀਆ ਤੋਂ ਉਹਨਾਂ ਦੀ ਬਰਸੀ ਨਹੀਂ ਮਨਾਉਂਦਾ, ਕੋਈ ਉਹਨਾਂ ਦਾ ਦਿਹਾੜਾ ਨਹੀਂ ਮਨਾਉਂਦਾ, ਕੋਈ ਉਹਨਾਂ ਦੇ ਘਰ ਵਿੱਚ ਲੰਗਰ ਨਹੀਂ ਚੱਲਣ ਡਿਆ ਜੀ। ਜਿਸ ਤਰ੍ਹਾਂ ਉਹ ਖਪਦਾ ਖਪਾਉਂਦਾ ਆਪ ਦੁਨੀਆ ਵਿੱਚੋਂ ਤੁਰ ਗਿਆ, ਉਸੇ ਤਰ੍ਹਾਂ ਟੱਬਰ ਸਾਰਾ ਖਪਦਾ ਖਪਾਉਂਦਾ ਦਿਨ ਕੱਟੀ ਕਰਨ ਡਿਆ ਜੀ। ਕੋਈ ਗੱਲ ਬਣੀ ਨਾ ਕੋਈ ਜੀ। ਪਰ ਬਾਬਾ ਜਗਤ ਸਿੰਘ ਜੀ ਹੋਣਾ ਨੇ ਉਹ ਕੰਮ ਕੀਤਾ, ਉਹ ਧੰਦਾ ਕੀਤਾ ਜਿਹੜਾ ਗੁਰੂ ਜੀ ਨੇ ਆਖਿਆ ਕਰੋ, ਤੇ ਗੁਰੂ ਕੋਈ ਖੁਸ਼ੀ ਲੈਣ ਵਾਸਤੇ ਉਹ ਡਟੇ ਰਹੇ ਜੀ। ਕੱਖਾਂ ਦੀਆਂ ਕੁੱਲੀਆਂ ਪਾ ਲੀਆਂ, ਜਦੋਂ ਮਿਲ ਗਿਆ ਉਦੋਂ ਖਾ ਲਿਆ, ਨਹੀਂ ਮਿਲ ਗਿਆ ਤੇ ਰੱਬ ਦਾ ਸ਼ੁਕਰ ਪਰਮੇਸ਼ਰ ਦੀ ਭਗਤੀ ਵਿੱਚ ਲੱਗੇ ਰਹੇ, ਵਾਹਿਗੁਰੂ ਜੀ ਦਾ ਨਾਮ ਜਪਦੇ ਰਹੇ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵਹਿ ਚੜ੍ਹੇ ਸਵਾਇਆ, ਵਡਿਆਈ ਵੱਡਾ ਪਾਇਆ। ਦਿਨ ਰਾਤ ਕਰਤੇ ਪੁਰਖ ਦੀਆਂ ਵਡਿਆਈਆਂ ਵਿੱਚ ਲੱਗੇ ਰਹੇ, ਦਿਨ ਰਾਤ ਲੱਗੇ ਰਹੇ, ਵਡਿਆਈ ਕਰ ਕਰਕੇ ਉਸ ਪ੍ਰਭੂ ਪਰਮੇਸ਼ਰ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਜੀ ਉਹਨਾਂ ਨੇ। ਚੱਲੈ ਜਨਮ ਸਵਾਰ ਵਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪਾਏ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆ, ਤੇ ਹਰ ਵੇਲੇ ਗੁਰੂ ਜੀ ਦੇ ਪਰਮੇਸ਼ਰ ਵਿੱਚ ਭੈ ਵਿੱਚ ਰਹਿਣਾ ਕੀਤਾ, ਡਰ ਵਿੱਚ ਰਹੇ, ਡਰ ਦੇ ਵਿੱਚ ਰਹੇ। ਜਿਹੜਾ ਬੰਦਾ ਡਰਦਾ ਰਹਿੰਦਾ ਨਾ ਜੀ, ਉਹ ਹਮੇਸ਼ਾ ਹੀ ਮਾੜੇ ਪਾਸੋਂ ਬਚਿਆ ਰਹਿੰਦਾ ਜੀ, ਗਲਤ ਪਾਸਿਓਂ ਬਚਿਆ ਰਹਿੰਦਾ ਜਿਹਨੂੰ ਡਰ ਹੈ ਜੀ।
ਗੁਰਮੁਖ ਨੇ ਹਮੇਸ਼ਾ ਹੀ ਪਰਮੇਸ਼ਰ ਦਾ ਡਰ ਆਪਣੇ ਮਨ ਵਿੱਚ ਵਸਾ ਕੇ ਰੱਖਿਆ ਤੇ ਸ਼ਬਦ ਦੀ ਯਾਦ ਵਿੱਚ ਰਿਹਾ, ਸ਼ਬਦ ਨੂੰ ਚੇਤੇ ਕਰਦਾ ਰਿਹਾ, ਸ਼ਬਦ ਨੂੰ ਸਿਮਰਦਾ ਰਿਹਾ, ਜਨਮ ਨੂੰ ਸਵਾਰਿਆ। ਗੁਰੂ ਜੀ ਦੇ ਕੋਲੋਂ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਇੱਕ ਕਰ ਛੱਡਿਆ ਜੀ। ਰਹਾਉ ਮਨ ਤਨ ਸੱਚ ਸਲਾਹੇ, ਸਾਚੇ ਮਨ ਪਾਇਆ, ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਪੂਰੇ ਗੁਰੂ ਨੂੰ ਪ੍ਰਾਪਤ ਕਰਕੇ ਤੇ ਗੁਰਮੁਖ ਨੇ ਪੱਕਾ ਪ੍ਰੇਮ ਪ੍ਰਾਪਤ ਕਰਕੇ ਮਨ ਕਰਕੇ ਤੇ ਤਨ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜੀ। ਵਾਹਿਗੁਰੂ ਜੀ ਦਾ ਨਾਮ ਜਪਿਆ, ਭਜਨ ਕੀਤਾ, ਤਨ ਕਰਕੇ ਉਹ ਕੰਮ ਕੀਤੇ ਜਿਹੜੇ ਕੰਮ ਕੀਤਿਆਂ ਭਲਾ ਹੁੰਦਾ, ਪਰਉਪਕਾਰ ਵਾਲੇ ਕੰਮ ਕੀਤੇ ਜੀ। ਆਪ ਜਪਿਆ, ਦੂਜਿਆਂ ਨੂੰ ਜਪਾਇਆ, ਆਪ ਸੇਵਾ ਕੀਤੀ, ਦੂਜਿਆਂ ਨੂੰ ਸੇਵਾ ਦੇ ਵਿੱਚ ਲਾਇਆ। ਗੁਰਦੁਆਰੇ ਬਣਾਏ ਜਿਨ੍ਹਾਂ ਵਿੱਚ ਬੈਠ ਕੇ ਪਰਮੇਸ਼ਰ ਦੀ ਸਿਫਤ ਸਲਾਹ ਕਰੀਦੀ ਹੈ। ਮਨ ਤਨ ਸੱਚ ਸਲਾਹੇ, ਸਾਚੇ ਮਨ ਪਾਇਆ। ਪਹਿਲਾਂ ਤੇ ਗੁਰੂ ਜੀ ਨੂੰ ਚੰਗੇ ਲੱਗੇ, ਪ੍ਰਵਾਨ ਹੋ ਗਏ ਤੇ ਗੁਰੂ ਜੀ ਨੇ ਪ੍ਰੇਮ ਦੀ ਦਾਤ ਬਖਸ਼ ਦਿੱਤੀ ਤੇ ਗੁਰੂ ਦੇ ਕੋਲੋਂ ਬਖਸ਼ਿਸ਼ ਲੈ ਕੇ ਸ਼ਬਦ ਦੀ ਅਰਾਧਨਾ ਕਰਕੇ ਪਰਮੇਸ਼ਰ ਦੇ ਭੈ ਵਿੱਚ ਰਹਿ ਕੇ ਦਿਨ ਰਾਤ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਸਿਫਤ ਕਰਕੇ ਅਕਾਲ ਪੁਰਖ ਨੂੰ ਵੀ ਚੰਗੇ ਲੱਗਣ ਲੱਗ ਪਏ ਜੀ, ਰੱਬ ਨੂੰ ਵੀ ਚੰਗੇ ਲੱਗੇ, ਵਾਹਿਗੁਰੂ ਅਕਾਲ ਪੁਰਖ ਨੂੰ ਵੀ ਭਾਏ। ਐਸੀ ਪ੍ਰੇਮ ਦੀ ਦਾਤ ਪ੍ਰਾਪਤ ਕੀਤੀ। ਇੱਥੇ ਸੰਸਾਰ ਦੇ ਵਿੱਚ ਗੁਰੂ ਦੇ ਚਰਨੀ ਲੱਗ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਗੁਰੂ ਜੀ ਦੇ ਕੋਲੋਂ ਮੱਤ ਭਲੀ ਲਈ ਤੇ ਗੁਰੂ ਕੀ ਮੱਤ ਦੀ ਕਮਾਈ ਕਰਦਿਆਂ ਕਰਦਿਆਂ ਪਰਮੇਸ਼ਰ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਗਏ ਤੇ ਫਿਰ ਗੁਰਮੁਖ ਦੇ ਅੰਦਰ ਚਾਅ ਪੈਦਾ ਹੋਇਆ ਜੀ। ਜਦੋਂ ਰੱਬ ਨਾਲ ਸਾਂਝ ਬਣ ਗਈ ਨਾ, ਨੇੜਤਾ ਬਣ ਗਈ, ਵੇਖਿਆ ਵੀ ਪ੍ਰਮਾਤਮਾ ਨੇ ਮੈਨੂੰ ਹੁਣ ਨੇੜੇ ਲਾ ਲਿਆ, ਗੁਰੂ ਦੀ ਕਿਰਪਾ ਹੋਈ ਆ, ਗੁਰੂ ਕੀ ਕਿਰਪਾ ਦੇ ਨਾਲ ਬਖਸ਼ਿਸ਼ ਹੋਈ ਆ। ਤੇ ਫਿਰ ਗੁਰਮੁਖ ਨੇ ਇੱਕ ਬੇਨਤੀ ਕੀਤੀ, ਧਿਆਨ ਨਾਲ ਸੁਣਿਓ ਸਾਰੇ ਜਣੇ। ਗੁਰਮੁਖ ਨੇ ਇੱਕ ਬੇਨਤੀ ਕੀਤੀ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ। ਕੀ ਬੇਨਤੀ ਕੀਤੀ? ਹਉ ਜੀਵਾਂ ਗੁਣ ਸਾਰ, ਅੰਤਰ ਤੂੰ ਵਸੈ। ਹੇ ਵਾਹਿਗੁਰੂ ਕਿਰਪਾ ਕਰ, ਮਿਹਰ ਕਰ, ਮੈਂ ਤੇਰੇ ਗੁਣਾਂ ਨੂੰ ਸੰਭਾਲ ਕੇ ਰੱਖਾਂ। ਜਿਹੜੇ ਗੁਣ ਤੇਰੇ ਆ ਨਾ ਜੀ, ਉਹਨਾਂ ਨੂੰ ਸੰਭਾਲ ਕੇ ਰੱਖਾਂ, ਭਾਵ ਤੇਰੇ ਵਾਲੇ ਗੁਣ ਮੈਂ ਧਾਰਨ ਕਰਾਂ। ਤੇ ਰੱਬ ਦੇ ਗੁਣਾਂ ਦਾ ਕੋਈ ਅੰਤ ਹੈਗਾ ਜੀ? ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਗੁਰਮੁਖ ਨੇ ਬੇਨਤੀ ਕੀਤੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ, ਹੇ ਵਾਹਿਗੁਰੂ ਮੈਨੂੰ ਇਹੋ ਜਿਹਾ ਜੀਵਨ ਬਖਸ਼, ਮੈਂ ਤੇਰੇ ਵਾਲੇ ਗੁਣ ਧਾਰਨ ਕਰਾਂ। ਜਿਹੜੇ ਤੇਰੇ ਕੋਲ ਗੁਣ ਨੇ ਉਹਨਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾਵਾਂ ਤੇ ਸੰਭਾਲ ਕੇ ਰੱਖਾਂ ਜੀ। ਹਉ ਜੀਵਾਂ ਗੁਣ ਸਾਰ, ਅੰਤਰ ਤੂੰ ਵਸੈ। ਪਰ ਇਹ ਕੰਮ ਤਾਂ ਹੋ ਸਕਦਾ ਜੇ ਤੂੰ ਮੇਰੇ ਹਿਰਦੇ ਵਿੱਚ ਵਸੇ। ਤੇ ਜੇ ਤੂੰ ਮੇਰੇ ਅੰਦਰ ਵਸੈ ਤਾਂ ਮੈਂ ਤੇਰੇ ਵਾਲੇ ਗੁਣਾਂ ਨੂੰ ਧਾਰਨ ਕਰ ਸਕਦਾ, ਵਰਨਾ ਮੇਰੇ ਵਿੱਚ ਤਾਕਤ ਨਹੀਂ ਹੈਗੀ, ਮੇਰੇ ਵਿੱਚ ਬਲ ਨਹੀਂ ਹੈਗਾ। ਤੂੰ ਵਸਹਿ ਮਨ ਮਾਹੇ, ਸਹਜੇ ਰਸ ਰਸੈ। ਜੇ ਮਾਲਕਾ ਤੂੰ ਮੇਰੇ ਮਨ ਵਿੱਚ ਵਸ ਜਾਵੇਂ ਨਾ ਤੇ ਅੰਮ੍ਰਿਤ ਫਿਰ ਅੰਦਰ ਫਿਰ ਅੰਮ੍ਰਿਤ ਦੀ ਵਰਸ਼ਾ ਹੋਏਗੀ ਤੇਰੀ ਕਿਰਪਾ ਦੇ ਨਾਲ। ਹਰ ਵੇਲੇ ਅੰਮ੍ਰਿਤ ਦਾ ਆਨੰਦ ਬਣਿਆ, ਅੰਮ੍ਰਿਤ ਦਾ ਰਸ ਮੈਨੂੰ ਪ੍ਰਾਪਤ ਹੋਏਗਾ ਜੇ ਕਿਤੇ ਤੂੰ ਮੇਰੇ ਅੰਦਰ ਵਸ ਜਾਵੇਂ, ਤੇਰੇ ਵਾਲੇ ਮੈਂ ਗੁਣ ਧਾਰਨ ਕਰਾਂ। ਇੱਕ ਆਮ ਗਰੀਬ ਬੰਦਾ, ਉਹਨੇ ਰੱਬ ਵਾਲੇ ਗੁਣ ਆਪਣੇ ਹਿਰਦੇ ਵਿੱਚ ਵਸਾ ਲਏ ਤੇ ਐਲਾਨੀਆਂ ਤੌਰ ਤੇ ਉਹ ਕਹਿੰਦਾ, ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਗੁਣਹੀਣ ਪੁੱਤ ਨੂੰ ਮਾਂ ਖੁਸ਼ੀ ਨਾਲ ਰੋਟੀ ਪਕਾ ਕੇ ਨਹੀਂ ਜੇ ਦਿੰਦੀ। ਘਰਾਂ 'ਚ ਜਾ ਕੇ ਵੇਖ ਲਿਓ ਤੁਸੀਂ,
ਗੁਣਹੀਣ ਬੰਦੇ ਨੂੰ ਸਮਾਜ ਪ੍ਰਵਾਨ ਨਹੀਂ ਜੇ ਕਰਦਾ। ਗੁਣਹੀਣ ਬੰਦੇ ਵਾਸਤੇ ਕੋਈ ਦਫ਼ਤਰ ਨਹੀਂ ਜਿੱਥੇ ਉਹਨੂੰ ਨੌਕਰੀ ਮਿਲ ਜਾਵੇ ਜੀ। ਅਗਲੇ ਪਹਿਲਾਂ ਗੁਣ ਵੇਂਦੇ ਆ ਜੀ, ਭਾਵੇਂ ਕੋਈ ਵੀ ਹੋਵੇ ਜੀ, ਗੁਣ ਵੇਂਦੇ ਜੀ ਅਗਲੇ ਪਹਿਲਾਂ। ਗੁਣਹੀਣ ਵਾਸਤੇ ਦੁਨੀਆ ਵਿੱਚ ਕੋਈ ਥਾਂ ਨਹੀਂ ਜੀ ਹੈਗਾ, ਕੋਈ ਨਹੀਂ ਪਸੰਦ ਕਰਦਾ। ਮੈਂ ਹੈਰਾਨ ਹੋ ਗਿਆ, ਪਿੱਛੇ ਜੇ ਮੈਂ ਸੰਗਤ ਵਿੱਚ ਬੈਠਾ ਤੇ ਇੱਕ ਬੀਬੀ ਜੀ ਆ ਕੇ ਉੱਚੀ ਉੱਚੀ ਰੋਣ ਲੱਗ ਪਏ। ਮੈਂ ਆਖਿਆ ਦੱਸੋ ਕੀ ਗੱਲ ਆ? ਕਹਿਣ ਲੱਗੀ ਮੇਰਾ ਪੁੱਤ ਨਿਕੰਮਾ, ਕੋਈ ਕੰਮ ਨਹੀਂ ਕਰਦਾ। ਮੈਂ ਰੱਬ ਅੱਗੇ ਅਰਦਾਸਾਂ ਕਰਦੀ, ਰੱਬਾ ਇਹਨੂੰ ਚੁੱਕ ਲਾ, ਇਹਨੂੰ ਵੇਖ ਵੇਖ ਕੇ ਮੇਰਾ ਦਿਲ ਸੜਦਾ ਹੈ। ਵਿਹਲੜ, ਕੋਈ ਕੰਮ ਨਹੀਂ, ਕਾਰ ਨਹੀਂ, ਕਿਸੇ ਬੰਨੇ ਜੋਗਾ ਨਹੀਂ। ਤੇ ਮੇਰੀ ਕਹਿੰਦੀ ਅਰਦਾਸ ਨਹੀਂ ਰੱਬ ਸੁਣਦਾ, ਇਹਨੂੰ ਚੁੱਕਦਾ ਨਹੀਂ ਗਾ ਜੀ, ਭਾਵੇਂ ਮਰਦਾ ਨਹੀਂ ਗਾ। ਕਹਿਣ ਲੱਗੀ ਗੁਣਹੀਣ, ਗੁਣਹੀਣ ਨੂੰ ਕੋਈ ਨਹੀਂ ਚੰਗਾ ਸਮਝਦਾ। ਤੇ ਜਿਹੜਾ ਰੱਬ ਵਾਲੇ ਗੁਣ ਆਪਣੇ ਅੰਦਰ ਵਸਾਏਗਾ ਉਹ ਕਿੰਨਾ ਮਹਾਨ ਪੁਰਸ਼ ਹੋਏਗਾ ਜੀ, ਕਿੰਨੀ ਉਹਦੇ ਉੱਤੇ ਰੱਬੀ ਮਿਹਰ ਵਰਤਦੀ ਹੋਏਗੀ ਜੀ। ਹਉ ਜੀਵਾਂ ਗੁਣ ਸਾਰ, ਹੇ ਵਾਹਿਗੁਰੂ ਕਿਰਪਾ ਕਰ, ਮੇਰਾ ਜੀਵਨ ਇਹੋ ਜਿਹਾ ਬਣ ਜਾਵੇ ਮੈਂ ਤੇਰੇ ਗੁਣਾਂ ਨੂੰ ਸੰਭਾਲ ਸੰਭਾਲ ਕੇ ਰੱਖਾਂ, ਹਰ ਵੇਲੇ ਤੇਰੇ ਗੁਣ ਮੈਂ ਆਪਣੇ ਅੰਦਰ ਵਸਾ ਕੇ ਰੱਖਾਂ। ਤੇ ਇਹ ਤੇ ਕੰਮ ਤਾਂ ਹੀ ਹੋ ਸਕਦਾ ਜੇ ਤੂੰ ਮੇਰੇ ਹਿਰਦੇ ਵਿੱਚ ਵਸੇ। ਉਂਝ ਮੈਂ ਇੰਨੀ ਜੋਗਾ ਨਹੀਂ ਹੈਗਾ, ਮੈਂ ਤੇ ਗਰੀਬ ਆਦਮੀ, ਨਿਕੰਮਾ ਬੰਦਾ। ਤੂੰ ਮੇਰੇ ਅੰਦਰ ਵਸ, ਮੈਂ ਤੇਰੇ ਵਾਲੇ ਗੁਣਾਂ ਨੂੰ ਧਾਰਨ ਕਰਾਂ। ਤੂੰ ਵਸਹਿ ਮਨ ਮਾਹੇ, ਸਹਜੇ ਰਸ ਰਸ ਹੈ। ਤੂੰ ਮੇਰੇ ਮਨ ਵਿੱਚ ਵਸ ਜਾਏ, ਮੈਨੂੰ ਅੰਮ੍ਰਿਤ ਰਸ ਪ੍ਰਾਪਤ ਹੋਏਗਾ। ਅੰਮ੍ਰਿਤ ਰਸ ਤੇਰੀ ਕਿਰਪਾ ਦੇ ਨਾਲ, ਤੇਰੀ ਮਿਹਰ ਦੇ ਨਾਲ। ਸੰਗਤ ਜੀ, ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣਦੇ ਜੇ, ਜਿਹੜੇ ਬੰਦੇ ਰੱਬ ਵਾਲੇ ਗੁਣ ਆਪਣੇ ਹਿਰਦੇ ਵਿੱਚ ਲੈ ਆਉਂਦੇ ਉਹਦੀ ਕਿਰਪਾ ਦੇ ਨਾਲ, ਤੇ ਲੋਕੀ ਫਿਰ ਕਿੰਨੇ ਸਤਿਕਾਰ ਨਾਲ ਉਹਨਾਂ ਦਾ ਨਾਮ ਲੈਂਦੇ ਆ ਜੀ, ਕਿੰਨਾ ਉਹਨਾਂ ਦਾ ਅਦਬ ਕਰਦੇ ਆ ਜੀ, ਕਿਸ ਤਰ੍ਹਾਂ ਵੱਡੇ ਵੱਡੇ ਨੋਟ ਉਹਨਾਂ ਦੇ ਚਰਨਾਂ 'ਚ ਰੱਖ ਕੇ ਲੋਕ ਮੱਥੇ ਟੇਕਦੇ ਆ ਜੀ। ਮੈਂ ਵੇਖਿਆ ਕਈ ਬਾਬੇ ਡੰਡਾ ਫੜ ਕੇ ਬੈਠੇ, ਖੂੰਡਾ ਫੜ ਕੇ ਬੈਠੇ, ਖਬਰਦਾਰ ਜੇ ਮੈਨੂੰ ਕਿਸੇ ਮੱਥਾ ਟੇਕਿਆ ਤੇ ਮੈਂ ਡੰਡੇ ਮਾਰਦੇ ਵੇਖੇ ਵੀ ਜੇ ਜੀ, ਡੰਡੇ ਮਾਰਦੇ ਵੇਖੇ ਮੱਥਾ ਟੇਕਣ ਵਾਲੇ ਨੂੰ, ਪਰ ਬਦੋ ਬਦੀ ਸਿਰ ਝੁਕੀ ਜਾਂਦੇ, ਕਿਉਂ ਰੱਬ ਦੇ ਗੁਣ ਨੇ ਉੱਥੇ ਜੀ ਉਹ ਸਿਰ ਦੇ ਜੀ। ਮੇਰੇ ਸਾਹਮਣੇ ਬਾਬਾ ਖੜਕ ਸਿੰਘ ਜੀ ਨੇ ਬੀੜ ਸਾਹਿਬ ਇੱਕ ਬੰਦੇ ਦੇ ਲੱਕ 'ਚ ਮਾਰੀ ਕੱਸ ਕੇ ਖੂੰਡੀ ਦੇ 2 ਕੱਢੀਆਂ ਗਾਲਾਂ ਕਿ ਮੈਨੂੰ ਮੱਥਾ ਕਿਉਂ ਟੇਕਿਆ ਜੀ। ਤੇ ਮੈਂ ਉਹਨੂੰ ਬੰਦੇ ਨੂੰ ਪਾਸੇ ਹੋ ਕੇ ਪੁੱਛਿਆ, ਮੈਂ ਕਿਹਾ ਦੱਸ ਤੈਨੂੰ ਕੀ ਫਾਇਦਾ ਹੋਇਆ? ਤੇ ਉਹ ਪਤਾ ਕੀ ਆਂਦਾ, ਉਹ ਕਹਿੰਦਾ ਬਾਬਾ ਜੀ ਜਿਹੜੀ ਖੂੰਡੀ ਬਾਬਿਆਂ ਨੇ ਮੇਰੇ ਲੱਕ 'ਚ ਮਾਰੀ, ਮੇਰੇ ਤੇ ਪਾਪ ਹੀ ਬਖਸ਼ ਦਿੱਤੇ ਨੇ ਸਾਰੇ। ਕਹਿਣ ਲੱਗਾ ਮੇਰੇ ਤੇ ਪਾਪ ਹੀ ਬਖਸ਼ ਦਿੰਦੇ, ਮੈਂ ਤੇ ਬੜਾ ਕਹਿੰਦਾ ਪਾਪੀ ਬੰਦਾ ਹੈਗਾ, ਪਤਾ ਨਹੀਂ ਕਿੱਡੇ ਕਿ ਚੰਗੇ ਕਰਮ ਅੱਗੇ ਆ ਗਏ ਤੇ ਬਾਬੇ ਖੜਕ ਸਿੰਘ ਦੀ ਖੂੰਡੀ ਮੇਰੇ ਲੱਕ 'ਚ ਵੱਜੀ। ਕਹਿਣ ਲੱਗਾ ਹਾਂਜੀ, ਰੱਬ ਦੇ ਗੁਣ ਜਿੱਥੇ ਹੈਗੇ ਨੇ ਉੱਥੋਂ ਦਾ ਸਤਿਕਾਰ ਬੜਾ ਵੱਡਾ ਸਤਿਕਾਰ ਹੈ, ਬੜਾ ਵੱਡਾ ਸਤਿਕਾਰ ਹੈ ਜੀ। ਗਰੀਬ ਨਵਾਜ਼ ਪਾਤਸ਼ਾਹ ਸਮੱਤ ਦੇ ਰਹੇ ਨੇ, ਸਿੱਖਿਆ ਦੇ ਰਹੇ ਨੇ, ਕਹਿੰਦੇ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ ਕਿਰਪਾ ਕਰ, ਮਿਹਰ ਕਰ, ਮੇਰੇ ਗਰੀਬ ਦੇ ਅੰਦਰ ਵਸ, ਮੈਨੂੰ ਆਪਣੇ ਵਾਲੇ ਗੁਣ ਬਖਸ਼, ਕਿਰਪਾ ਕਰ, ਮਨ ਵਿੱਚ ਵਸ, ਇਸ ਪਾਪੀ ਮਨ ਦੇ ਵਿੱਚ ਵੀ ਕਿਤੇ ਅੰਮ੍ਰਿਤ ਦਾ ਰਸ ਪ੍ਰਾਪਤ ਹੋਵੇ। ਹਰ ਵੇਲੇ ਦਿਨ ਰਾਤ ਚਿੰਤਾ ਹੀ ਚਿੰਤਾ, ਹਰ ਵੇਲੇ ਦਿਨ ਰਾਤ ਟੈਨਸ਼ਨ ਪਰੇਸ਼ਾਨੀ, ਵਸ ਅੰਦਰ ਕਿਤੇ ਮੈਨੂੰ ਠੰਡ ਪਵੇ, ਕਿਤੇ ਮੈਨੂੰ ਸ਼ਾਂਤੀ ਮਿਲੇ, ਕਿਤੇ ਮੇਰੀ ਅਡੋਲ ਅਵਸਥਾ ਬਣੇ, ਕਿਰਪਾ ਕਰ ਮੇਰੇ ਉੱਤੇ। ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ। ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਮੁੱਖ ਵਾਕ। ਗੁਰਮੁਖ ਨੇ ਰੱਬ ਦੇ ਅੱਗੇ ਬੇਨਤੀ ਕੀਤੀ, ਧਿਆਨ ਨਾਲ ਸੁਣਿਓ ਸਾਰੇ ਜਣੇ, ਬੜੇ ਕੀਮਤੀ ਬਚਨ ਨੇ। ਗੁਰਮੁਖ ਨੇ ਰੱਬ ਅੱਗੇ ਬੇਨਤੀ ਕੀਤੀ, ਕਿਉਂ? ਗੁਰਮੁਖ ਦੇ ਮਨ ਵਿੱਚ ਪ੍ਰੇਮ ਵਸਿਆ ਜੀ, ਗੁਰੂ ਨੇ ਕਿਰਪਾ ਕਰਕੇ ਉਹਨੂੰ ਪ੍ਰੇਮ ਲਾ ਦਿੱਤਾ, ਉਹਦਾ ਰੱਬ ਤੇ ਭਰੋਸਾ, ਉਹਨੇ ਰੱਬ ਅੱਗੇ ਬੇਨਤੀ ਕੀਤੀ, ਹੇ ਵਾਹਿਗੁਰੂ ਮੇਰੇ ਮਨ ਵਿੱਚ ਵਸ, ਤੂੰ ਮੇਰੇ ਹਿਰਦੇ ਵਿੱਚ ਵਸ, ਆਪਣੇ ਵਾਲੇ ਗੁਣ ਮੈਨੂੰ ਬਖਸ਼। ਤੇ ਹੁਣ ਆਪਾਂ ਨੂੰ ਕੀ ਹੁਕਮ ਕਰਦੇ ਗੁਰੂ ਨਾਨਕ ਦੇਵ ਸਾਹਿਬ ਜੀ? ਸੁਣ ਲਓ ਧਿਆਨ ਦੇ ਨਾਲ।
ਮਹਾਰਾਜ ਕਹਿੰਦੇ ਵੀ ਗੁਰਮੁਖ ਨੇ ਤੇ ਗੁਰੂ ਦੀ ਪ੍ਰਾਪਤੀ ਕਰ ਲਈ, ਗੁਰੂ ਤੱਕ ਉਹਦੀ ਪਹੁੰਚ ਹੋ ਗਈ, ਤੇ ਗੁਰੂ ਨੇ ਕਿਰਪਾ ਕਰਕੇ ਇਹਨੂੰ ਇਹੋ ਜਿਹਾ ਪ੍ਰੇਮ ਬਖਸ਼ਿਆ, ਉਹਦੀ ਰੱਬ ਤੱਕ ਪਹੁੰਚ ਹੋ ਗਈ। ਤੇ ਸਤਿਗੁਰੂ ਜੀ ਕਹਿੰਦੇ ਤੁਹਾਡੀ ਆਪਣੇ ਮਨ ਤੱਕ ਤੇ ਪਹੁੰਚ ਹੈਗੀ ਹੈ ਨਾ। ਦੁਨੀਆ ਦੇ ਲੋਕੋ, ਸੰਸਾਰ ਦੇ ਲੋਕੋ, ਜੇ ਗੁਰੂ ਤੱਕ ਨਹੀਂ, ਰੱਬ ਤੱਕ ਨਹੀਂ ਪਹੁੰਚ ਸਕਦੇ, ਮਨ ਤੱਕ ਤੇ ਹੈਗੇ ਜੇ ਨਾ। ਤੁਸੀਂ ਕਹਿੰਦੇ ਨਹੀਂ ਇਹ ਗੱਲ, ਅੱਜ ਮੇਰਾ ਮਨ ਨਹੀਂ ਮੰਨਦਾ, ਕਹਿੰਦੇ ਹੁੰਦੇ ਕਿ ਨਹੀਂ? ਦੱਸੋ, ਅੱਜ ਨਹੀਂ ਮੇਰਾ ਮਨ ਚਾਹੁੰਦਾ ਇਸ ਪਾਸੇ ਜਾਣ ਨੂੰ, ਅੱਜ ਮੇਰਾ ਮਨ ਖੁਸ਼ ਨਹੀਂ ਹੈਗਾ, ਤੁਸੀਂ ਕਹਿੰਦੇ ਹੁੰਦੇ ਕਿ ਨਹੀਂ? ਸੱਚੀ ਗੱਲ ਦੱਸੋ, ਕਹਿੰਦੇ ਜੇ ਨਾ। ਇਹਦਾ ਭਾਵ ਮਨ ਤੱਕ ਤੁਹਾਡੀ ਪਹੁੰਚ ਹੈਗੀ ਆ, ਤਾਂ ਹੀ ਤੁਸੀਂ ਕਹਿੰਦੇ ਜੇ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਆ, ਮੂਰਖ ਮਨ ਸਮਝਾਏ ਆਖੋ ਕੇਤੜਾ। ਕਿਤੇ ਇਸ ਮੂਰਖ ਮਨ ਨੂੰ ਸਮਝਾ ਲਿਆ ਕਰੋ, ਕਿਤੇ ਇਹਨੂੰ ਆਖਿਆ ਕਰੋ ਬਾਰ-ਬਾਰ, ਮੂਰਖ ਮਨ ਸਮਝਾਏ ਆਖੋ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਉਹ ਮੇਰੇ ਮੂਰਖਾ ਮਨਾ, ਤੂੰ ਵੀ ਕਿਤੇ ਮੂੰਹ ਗੁਰੂ ਵਾਲੇ ਪਾਸੇ ਕਰ ਲਾ। ਨਕਮਿਆ, ਹਰ ਵੇਲੇ ਸੰਸਾਰ ਵਾਲੇ ਬੰਨੇ ਹੀ ਮੂੰਹ ਕੀਤਾ ਈ। ਤੇਰੀ ਖਾਣ ਦੀ ਭੁੱਖ ਨਹੀਂ ਦੂਰ ਹੁੰਦੀ, ਤੇਰੀ ਬਕਵਾਸ ਕਰਨ ਦੀ, ਨਿੰਦਿਆ ਚੁਗਲੀ ਦੀ ਆਦਤ ਨਹੀਂ ਜਾਂਦੀ। ਉਹ ਮੂਰਖਾ ਮਨਾ, ਤੂੰ ਵੀ ਕਿਤੇ ਗੁਰੂ ਵਾਲੇ ਪਾਸੇ ਮੂੰਹ ਕਰ। ਆਖਿਆ ਜੇ ਕਦੇ? ਦੱਸੋ ਸੱਚ, ਆਖਿਆ ਕਦੇ? ਗੁਰੂ ਨਾਨਕ ਸਾਹਿਬ ਕਹਿੰਦੇ ਆਖਿਆ ਕਰੋ, ਆਖਿਆ ਕਰੋ। ਇਸ ਮੂਰਖ ਮਨ ਨੂੰ ਸਮਝਾਇਆ ਕਰੋ। ਮੂਰਖ ਮਨ ਸਮਝਾਏ ਆਖੋ ਕੇਤੜਾ। ਵੱਧ ਤੋਂ ਵੱਧ ਜਿੰਨਾ ਵੀ ਆਖਿਆ ਜਾਵੇ, ਇਸ ਮੂਰਖ ਮਨ ਨੂੰ ਸਮਝਾਉਣ ਵਾਸਤੇ ਆਖਿਆ ਕਰੋ। ਆਖਣਾ ਕੀ ਜੀ? ਗੁਰਮੁਖ ਹਰਿ ਗੁਣ ਗਾਏ। ਉਹ ਮੂਰਖਾ, ਮੇਰੇ ਮੂਰਖਾ ਮਨਾ, ਮੂੰਹ ਕਰ ਲੈ ਗੁਰੂ ਵਾਲੇ ਪਾਸੇ ਤੇ ਰੱਬ ਦੇ ਗੁਣ ਗਾਇਆ ਕਰ। ਗੁਣ ਗਾਉਂਦਿਆਂ ਗਾਉਂਦਿਆਂ ਤੈਨੂੰ ਵੀ ਕਿਤੇ ਪ੍ਰੇਮ ਦੀ ਪ੍ਰਾਪਤੀ ਹੋ ਜਾਵੇ, ਤੇਰੇ ਵਿੱਚ ਵੀ ਕਿਤੇ ਰੱਬ ਦਾ ਪ੍ਰੇਮ ਵਸ ਜਾਵੇ। ਉਹ ਮੂਰਖਾ, ਸਮਝ। ਪਰ ਆਪਾਂ ਕਿਹੜਾ ਕੰਮ ਫੜਿਆ ਜੀ? ਦੂਜਿਆਂ ਨੂੰ ਮੂਰਖ ਆਖਣਾ ਜੀ, ਵੀ ਮੈਂ ਬੜਾ ਸਿਆਣਾ ਜੇ, ਮੈਂ ਬੜਾ ਚੰਗਾ, ਬਾਕੀ ਮੂਰਖ ਹੈ ਸਾਰੇ। ਇੱਕ ਪੰਗਤੀ ਤੁਸੀਂ ਆਪਣੀ ਜ਼ਿੰਦਗੀ 'ਚ ਬੜੀ ਵਾਰ ਪੜ੍ਹੀ ਸੁਣੀ ਹੋਣੀ ਆ। ਹਾਂਜੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਆਪਾਂ ਇਸ ਤਰ੍ਹਾਂ ਹੀ ਪੜ੍ਹਦੇ ਤੇ ਇਸ ਤਰ੍ਹਾਂ ਹੀ ਇਹਦਾ ਅਰਥ ਕਰਦੇ ਹਾਂ ਵੀ ਲੰਕਾ ਦਾ ਗੜ ਜਿਹੜਾ ਕਿਲਾ ਸੀ ਸੋਨੇ ਦਾ ਸੀ, ਭਾਵ ਸਾਰੀ ਲੰਕਾ ਸੋਨੇ ਦੀ ਸੀ, ਤੇ ਮੂਰਖ ਰਾਵਣ ਦੱਸੋ ਕੀ ਲੈ ਗਿਆ ਜੀ? ਯਾਦ ਰੱਖਿਓ, ਰਾਵਣ ਮੂਰਖ ਨਹੀਂ ਸੀ ਹੈਗਾ। ਮਹਾਰਾਜ ਕਦੇ ਕਿਸੇ ਨਾਲ ਬੇਨਿਆਈ ਨਹੀਂ ਜੇ ਕਰਦੇ। ਗੁਰੂ ਦੀ ਬਾਣੀ 'ਚ ਕਿਸੇ ਨਾਲ ਬੇਨਿਆਈ ਨਹੀਂ ਜੀ ਹੈਗੀ। ਸਾਨੂੰ ਬਾਣੀ ਪੜ੍ਹਨ ਦੀ ਜਾਚ ਨਹੀਂ, ਬਾਣੀ ਵਿਚਾਰਨ ਦੀ ਜਾਚ ਨਹੀਂ। ਰਾਵਣ 4 ਵੇਦਾਂ ਦਾ ਪਾਠੀ ਤੇ ਜ਼ਬਾਨੀ ਯਾਦ ਸੀ ਉਹਨੂੰ 4 ਵੇਦ। ਤੇ ਰਾਵਣ ਇਹੋ ਜਿਹਾ ਬੰਦਾ ਜਿਹਦੀ ਗੁਰੂ ਸਾਹਿਬ ਨੇ ਬਾਣੀ 'ਚ ਮਿਸਾਲ ਦਿੱਤੀ ਹੈ। ਜਦੋਂ ਸੰਮਣ ਦੇ ਮਨ ਵਿੱਚ ਮਾਣ ਆ ਗਿਆ ਨਾ, ਦੁਨੀਆ 'ਚ ਮੇਰੇ ਵਰਗਾ ਵੀ ਕੋਈ ਬੰਦਾ ਹੋਏਗਾ ਜਿਹਨੇ ਗੁਰੂ ਦੀ ਸੇਵਾ ਵਾਸਤੇ ਆਪਣੇ ਪੁੱਤ ਦਾ ਸਿਰ ਲਾਇਆ। ਤੇ ਗੁਰਬਾਣੀ ਦੇ ਬਚਨ ਜੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ, ਰਾਵਣ ਹੋਤੇ ਸੋ ਰੰਗ ਨਹਿ ਜਿਨ ਸਿਰ ਦੀਨੇ ਕਾਟ। ਬਾਰੇ ਕਹਿੰਦੇ, ਉਹ ਸਾਹਮਣਾ, ਜੇ ਪੈਸਿਆਂ ਦੇ ਬਦਲੇ ਰੱਬ ਦਾ ਪ੍ਰੇਮ ਮਿਲਦਾ ਹੋਵੇ ਤੇ ਰਾਵਣ ਕੋਈ ਕੰਗਾਲ ਸੀਗਾ? ਉਹਦੇ ਕੋਲ ਤੇ ਅੰਤ ਹੀ ਕੋਈ ਨਹੀਂ, ਕਿੰਨਾ ਪੈਸਾ ਸੀ। ਰਾਵਣ ਨੇ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ 10 ਵਾਰਾਂ ਸਿਰ ਵੱਢ ਕੇ ਗੁਰੂ ਦੇ ਚਰਨਾਂ 'ਚ ਰੱਖਿਆ ਜੀ ਉਹਨੇ, ਆਪਣੇ ਗੁਰੂ ਦੇ, ਜਿਹਨੂੰ ਉਹ ਮੰਨਦਾ ਸੀ। ਕਦੇ ਇਹੋ ਜਿਹੇ ਬੰਦੇ ਨਾਲ ਮਹਾਰਾਜ ਬੇਨਿਆਈ ਕਰ ਸਕਦੇ ਆ? ਏਡੇ ਵੱਡੇ ਚੋਟੀ ਦੇ ਵਿਦਵਾਨ ਨੂੰ, ਠੀਕ ਉਹਦੇ ਕੋਲ ਗਲਤੀ ਹੋਈ ਆ, ਗਲਤੀ, ਪਰ ਉਹ ਬਦਲੇ ਦੀ ਭਾਵਨਾ ਸੀ। ਉਹਦੀ ਭੈਣ ਦਾ ਨੱਕ ਵੱਢਿਆ ਸੀ ਲਛਮਣ ਨੇ, ਤੇ ਕਿਸੇ ਦੀ ਭੈਣ ਦਾ ਕੋਈ ਨੱਕ ਵੱਢੇ ਤਾਂ ਬਰਦਾਸ਼ਤ ਕਰ ਸਕਦਾ ਜੀ ਕੋਈ? ਬਦਲੇ ਦੀ ਭਾਵਨਾ ਨਾਲ ਉਹਨੇ ਕੀਤਾ। ਸੀਤਾ ਜੀ ਨਾਲ ਉਹਨੇ ਕੋਈ ਮਾੜਾ ਵਿਹਾਰ ਨਹੀਂ ਜੇ ਕੀਤਾ। ਕੋਈ ਇਤਿਹਾਸ ਪੜ੍ਹ ਕੇ ਵੇਖੋ ਤੁਸੀਂ। ਤੇ ਗੁਰੂ ਜੀ ਕਹਿੰਦੇ ਆ, ਲੰਕਾ ਗੜ ਸੋਨੇ ਕਾ ਪਿਆ। ਜਿੱਥੇ ਰਾਵਣ ਦੀ ਰਹਿائش ਸੀ, ਜਿੱਥੇ ਉਹਦਾ ਕਿਲਾ ਸੀ, ਜਿਹੜੀ ਉਹਦੀ ਲੰਕਾ ਸੀ, ਸੋਨੇ ਦੀ ਸੀ। ਉਹਦੇ ਪਿੱਛੇ ਵੀ ਜੇ ਤੁਸੀਂ ਸੁਣਨੀ ਗੱਲ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ ਵੀ ਸੋਨੇ ਦੀ ਕਿਉਂ ਸੀ ਉਹ ਜੀ। ਸ਼ਿਵ ਜੀ ਭਗਵਾਨ ਦੀ ਘਰ ਵਾਲੀ ਦਾ ਨਾਮ ਹੈ ਪਾਰਵਤੀ। ਤੇ ਪਾਰਵਤੀ ਕਹਿਣ ਲੱਗੀ, ਭਗਵਾਨ ਜੀ ਆਪਾਂ ਗ੍ਰਸਤੀ ਹਾਂ, ਬਾਲ ਬੱਚੇਦਾਰ ਹਾਂ, ਤੇ ਘਰ ਬੂਆ ਕੋਈ ਚਾਹੀਦਾ। ਰੋਜ਼ ਜੰਗਲਾਂ ਵਿੱਚ ਤੁਸੀਂ ਲਈ ਫਿਰਦੇ ਜੇ ਸਾਨੂੰ, ਨਿੱਕੇ ਨਿੱਕੇ ਨਿਆਣੇ ਆ, ਗਣੇਸ਼ ਹੋਣੀ,
ਤੇ ਬੜਾ ਔਖਾ ਕੰਮ ਹੈ, ਕਦੀ ਪਹਾੜੀਆਂ ਤੇ ਚੜ੍ਹ, ਕਦੀ ਥੱਲੇ ਉਤਰ, ਕਦੀ ਕੁਝ, ਨਾਲੇ ਆਪਣੀ ਰਿਸ਼ਤੇਦਾਰੀ ਵੀ ਆ, ਤੇ ਬੜਾ ਔਖਾ ਕੰਮ ਹੈ ਇਸ ਤਰ੍ਹਾਂ। ਤੇ ਆਪਣਾ ਘਰ ਬੂਆ ਬਣਾਈਏ। ਸ਼ਿਵ ਜੀ ਭਗਵਾਨ ਕਹਿਣ ਲੱਗੇ, ਪਾਰਵਤੀ ਘਰ ਆਪਣੇ ਭਾਗਾਂ ਵਿੱਚ ਨਹੀਂ ਹੈਗਾ, ਘਰ ਸਾਡੇ ਕਰਮਾਂ ਵਿੱਚ ਨਹੀਂ ਹੈਗਾ। ਉਹਨੇ ਆਖਿਆ, ਜੀ ਜਦੋਂ ਮੈਂ ਕੋਈ ਬੇਨਤੀ ਕਰਦੀ ਹਾਂ ਤਾਂ ਉਦੋਂ ਤੁਸੀਂ ਜਾਂ ਕਰਮਾਂ ਦੀ ਗੱਲ ਲੈ ਤੁਰਦੇ ਜੇ, ਜਾਂ ਕੋਈ ਗਿਆਨ ਧਿਆਨ ਦੀ ਗੱਲ ਲੈ ਤੁਰਦੇ, ਮੇਰੀ ਸੁਣਦੇ ਹੀ ਨਹੀਂ। ਜੇ ਤੁਹਾਡੇ ਕਰਮਾਂ 'ਚ ਘਰ ਘਾਟ ਨਹੀਂ ਹੈਗਾ ਤਾਂ ਵਿਆਹ ਕਿਉਂ ਕਰਾਉਣਾ ਸੀ? ਤੇ ਜੇ ਤੁਸੀਂ ਵਿਆਹ ਕਰਾ ਲਿਆ ਤੇ ਨਿਆਣੇ ਕਿਉਂ ਜੰਮੇ ਸੀ? ਫਿਰ ਸਿੱਧੀ ਹੋ ਗਈ ਜੀ ਪਾਰਵਤੀ। ਫਿਰ ਤੁਹਾਨੂੰ ਪਤਾ, ਫਿਰ ਜਦੋਂ ਬੀਬੀਆਂ ਸਿੱਧੀਆਂ ਹੋ ਜਾਣ ਫਿਰ ਬੰਦੇ ਕਿਤਨਾ ਲੁਕਦੇ ਫਿਰਦੇ ਆ ਜੀ। ਵੱਡੇ ਵੱਡੇ ਫੰਨੇ ਖਾਂ ਵੀ ਮੁੜ ਕੇ ਸੱਜੇ ਖੱਬੇ ਵੇਂਦੇ ਰਹਿੰਦੇ ਆ ਜੀ। ਪਾਰਵਤੀ ਨੇ ਸ਼ਿਵ ਜੀ ਭਗਵਾਨ ਨੂੰ ਬੜਾ ਦਬਲਿਆ ਜੀ। ਤੇ ਹੁਣ ਸ਼ਿਵ ਜੀ ਭਗਵਾਨ ਨੂੰ ਵੇਖੋ, ਏਡੇ ਏਡੇ ਦੇਵਤੇ ਡਰਦੇ ਆ, ਤੇ ਬੰਦਾ ਵਿਚਾਰਾ ਕੀ ਚੀਜ਼ ਹੈਗੀ ਹੈ ਜੀ। ਹਾਂਜੀ, ਸ਼ਿਵ ਜੀ ਭਗਵਾਨ ਤਾਕਤਵਰ ਸੀਗੇ ਜੀ। ਸਾਰਾ ਹਿੰਦੁਸਤਾਨ ਉਹਨਾਂ ਦੇ ਅੱਗੇ ਤਰਲੇ ਲੈਂਦਾ, ਥਾਂ ਥਾਂ ਉਹਨਾਂ ਦੇ ਮੰਦਿਰ ਬਣਾਏ ਜੀ। ਸ਼ਿਵ ਜੀ ਭਗਵਾਨ ਨੇ ਸੱਦ ਲਿਆ ਵਿਸ਼ਵਕਰਮਾ ਨੂੰ, ਸੱਦ ਲਏ ਦੇਵਤੇ ਸਾਰੇ ਜੀ। ਸੋਨੇ ਵਾਲਾ ਦੇਵਤਾ ਸੱਦਿਆ ਨਾ, ਫਿਰ ਚੰਗਾ ਜੇ ਘਰ ਬਣਾਉਣਾ ਤੇ ਇਹੋ ਜਿਹਾ ਬਣਾਓ ਜਿਹੋ ਜਿਹਾ ਕਿਸੇ ਦਾ ਨਹੀਂ। ਪਰ ਪਾਰਵਤੀ ਇੱਕ ਗੱਲ ਸੁਣ ਲਾ, ਘਰ ਆਪਣੇ ਭਾਗਾਂ ਵਿੱਚ ਨਹੀਂ ਹੈਗਾ, ਆਪਣੇ ਭਾਗਾਂ ਵਿੱਚ ਨਹੀਂ ਹੈਗਾ। ਤੂੰ ਮੈਨੂੰ ਮਜਬੂਰ ਕੀਤਾ, ਬਣਾ ਲੈਂਦੇ ਆ। ਦੇਵਤਿਆਂ ਦੀ ਡਿਊਟੀ ਲਾਈ ਜੀ। ਤੇ ਸ਼ਿਵ ਜੀ ਭਗਵਾਨ ਤੋਂ ਡਰਦਿਆਂ ਦੇਵਤਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਹਨਾਂ ਦੀ ਸੋਨੇ ਦੀ ਲੰਕਾ ਬਣਾਤੀ ਜੀ। ਤੇ ਹੁਣ ਚੱਠ ਕਰਨੀ ਸੀ ਉਹਦੀ ਜੀ। ਚੱਠ ਕਰਨ ਵਾਸਤੇ ਚੋਟੀ ਦੇ ਵੱਡੇ ਵੱਡੇ ਬ੍ਰਾਹਮਣ ਸੱਦੇ, ਜਿਨ੍ਹਾਂ ਸਾਰਿਆਂ ਦਾ ਗੁਰੂ ਰਾਵਣ ਦਾ ਪਿਓ ਸੀਗਾ ਜੀ। ਤੇ ਸੰਗਤ ਜੀ ਕੰਨਾਂ ਨੂੰ ਹੱਥ ਲਾਏ ਜੇ, ਲਾਲਚ ਨੇ ਪਤਾ ਨਹੀਂ ਕਿਹਨੂੰ ਘੇਰ ਲੈਣਾ ਜੇ ਜੀ। ਬੜੇ ਬੜੇ ਕਹਿੰਦੇ ਕਹਾਉਂਦੇ ਲਾਲਚ ਦੀ ਲਪੇਟ ਵਿੱਚ ਆ ਜਾਂਦੇ, ਬੜੇ ਬੜੇ ਤਿਆਗੀ ਵੀ ਲਾਲਚ ਦੀ ਲਪੇਟ 'ਚ ਆ ਜਾਂਦੇ ਜੇ। ਤੇ ਰਾਵਣ ਦੇ ਪਿਓ ਨੇ ਆਇਆ ਤੇ ਹੀ ਚੱਠ ਕਰਨ ਵਾਸਤੇ, ਆਇਆ ਤੇ ਉਦਘਾਟਨ ਵਾਸਤੇ ਵੀ ਉੱਥੇ ਵੇਦਾਂ ਦਾ ਪਾਠ ਕਰਨਾ, ਜਗ੍ਹਾ ਪਵਿੱਤਰ ਕਰਕੇ ਤੇ ਉੱਥੇ ਉਹਨਾਂ ਦੀ ਵਸੋਂ ਕਰਨੀ ਆ। ਵੇਂਦਿਆਂ ਵੇਂਦਿਆਂ ਰਾਵਣ ਦੇ ਪਿਓ ਦੇ ਮਨ 'ਚ ਲਾਲਚ ਆ ਗਿਆ। ਤੇ ਜਦੋਂ ਉਹਨੇ ਪਾਠ ਪੂਜਾ ਕਰ ਲਈ ਤੇ ਦਸ਼ਣਾ ਦੇਣ ਦੀ ਤਿਆਰੀ ਕੀਤੀ, ਪੁੱਛਿਆ, ਮਹਾਰਾਜ ਕੀ ਲਓਗੇ? ਉਹਨੇ ਆਖਿਆ, ਜੋ ਮੈਂ ਆਖਾਂਗੇ ਦਿਓਗੇ? ਸ਼ਿਵ ਜੀ ਭਗਵਾਨ ਕਹਿਣ ਲੱਗੇ, ਜਦੋਂ ਤੁਹਾਨੂੰ ਸੱਦਿਆ ਆਪਣੇ ਘਰ ਤੇ ਫਿਰ ਨਾ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਉਹਨੇ ਆਖਿਆ, ਫਿਰ ਲੰਕਾ ਮੈਨੂੰ ਦੇ ਦਿਓ ਜੀ। ਹੁਣ ਉੱਥੇ ਨਾ ਨਹੀਂ ਸੀ ਕੀਤੀ ਜਾ ਸਕਦੀ, ਕਾਇਦੇ ਕਾਨੂੰਨ ਸੀ, ਮਰਿਆਦਾ ਸੀ। ਤੇ ਸ਼ਿਵ ਜੀ ਭਗਵਾਨ ਪਾਰਵਤੀ ਨੂੰ ਕਹਿਣ ਲੱਗੇ, ਮੈਂ ਤੈਨੂੰ ਉਦੋਂ ਆਖਿਆ ਨਾ ਆਪਣੇ ਕਰਮਾਂ 'ਚ ਘਰ ਨਹੀਂ ਹੈਗਾ, ਹੈਂ, ਤੂੰ ਮੈਨੂੰ ਮਜਬੂਰ ਕੀਤਾ। ਹੁਣ ਕਰ ਇਹਦੇ ਨਾਲ ਗੱਲ। ਉਹ ਕਾਨੂੰਨ ਇਹੋ ਜਿਹਾ ਸਨ, ਨਾ ਨਹੀਂ ਸੀ ਕੀਤੀ ਜਾ ਸਕਦੀ ਧਾਰਮਿਕ ਤੌਰ ਤੇ। ਉਹ ਫਿਰ ਇਹਦੇ ਪਿਓ ਨੂੰ ਲੰਕਾ ਜਿਹੜੀ ਸੀ ਸੌਂਪ ਦਿੱਤੀ ਸੀ ਦਸ਼ਣਾ ਦੇ ਵਿੱਚ ਜੀ। ਤੇ ਲੰਕਾ ਗੜ ਸੋਨੇ ਕਾ ਪਿਆ। ਲੰਕਾ ਗੜ, ਲੰਕਾ ਦਾ ਕਿਲਾ ਜਿਹੜਾ ਇਹ ਸੋਨੇ ਦਾ ਸੀ। ਤੇ ਹੁਣ ਮਹਾਰਾਜ ਸਾਨੂੰ ਕਹਿੰਦੇ ਪਾਣੀ ਵਿੱਚ, ਕਹਿੰਦੇ, ਮੂਰਖ ਰਾਵਣ ਕਿਆ ਲੈ ਗਿਆ? ਉਹ ਮੂਰਖਾ, ਦੱਸ ਰਾਵਣ ਕੀ ਲੈ ਕੇ ਗਿਆ ਇਸ ਦੁਨੀਆ ਦੇ ਵਿੱਚੋਂ? ਤੇ ਆਪਾਂ ਕੱਢਦੇ ਵੀ ਪਾਸ, ਆਪਾਂ ਦੂਜੇ ਨੂੰ ਮੂਰਖ ਖਾਂਦੇ ਆ ਜੀ, ਵੀ ਰਾਵਣ ਮੂਰਖ ਸੀ ਹੈ। ਆਪ ਆਪਾਂ ਫੇਰ ਚੌਧਰੀ ਬਣ ਜਾਂਦੇ ਆ। ਇਹ ਮੈਨੂੰ ਨਹੀਂ ਜੀ, ਮੈਨੂੰ ਥੋੜਾ ਆਖਿਆ ਮਹਾਰਾਜ ਨੇ ਜੀ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਮੂਰਖ ਮਨ ਸਮਝਾਏ। ਸਾਡੇ ਗੁਰੂ ਜੀ ਕਹਿ ਰਹੇ ਜੀ, ਹੁਕਮ ਕਰ ਰਹੇ ਸਾਨੂੰ ਆਪਾਂ ਨੂੰ, ਕਹਿੰਦੇ ਮੂਰਖ। ਮੂਰਖ ਆਪਾਂ ਕਿਉਂ ਜੀ? ਪਹਿਲੀ ਗੱਲ ਤੇ ਆਪਾਂ ਮੂੰਹ ਰੱਖਿਆ ਹੀ ਖਾਣ ਵਾਸਤੇ ਜੀ। ਮੈਨੂੰ ਮਾਫੀ ਦੇ ਦਿਓ, ਖਿਮਾ ਕਰ ਦਿਓ। ਜੇ ਝੂਠ ਹੋਇਆ ਤਾਂ ਮੈਨੂੰ ਥੱਲੇ ਮੈਂ ਆਵਾਂਗਾ, ਕੰਨੋਂ ਫੜ ਲਿਓ, ਮੈਂ ਬੁਰਾ ਨਹੀਂ ਮਨਾਵਾਂਗਾ ਜੀ। ਹੁਣ ਵੀ ਫੜ ਸਕਦੇ ਜੇ ਆ ਕੇ, ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਮੂੰਹ ਰੱਖਿਆ ਹੀ ਖਾਣ ਵਾਸਤੇ ਹੈ ਜੀ। ਸੱਚ ਕਿ ਝੂਠ ਹੈ ਜੀ? ਮੂੰਹ ਰੱਖਿਆ ਹੀ ਖਾਣ ਵਾਸਤੇ ਹੈ ਜੀ। ਦੂਜਾ, ਮੂੰਹ ਰੱਖਿਆ ਹੀ ਫਜ਼ੂਲ ਬੋਲਣ ਵਾਸਤੇ ਹੈ ਜੀ। ਕਿੰਨੀ ਕੁ ਬਾਣੀ ਪੜ੍ਹਦੇ ਤੁਸੀਂ? ਆਪਣੇ ਅੰਦਰ ਝਾਤੀ ਮਾਰ ਲਓ। ਕਿੰਨਾ ਕੁ ਰੱਬ ਦੀਆਂ ਵਡਿਆਈਆਂ ਕਰਦੇ ਜੇ ਤੁਸੀਂ ਆਪ ਸੋਚ ਲਓ। ਜਿਹੜਾ ਕਰਦਾ ਹੋਵੇਗਾ ਉਹਦੇ ਅੱਗੇ ਸਾਡੀ ਨਮਸਕਾਰ ਹੈ, ਮੱਥਾ ਟੇਕਦੇ, ਉਹਨੂੰ ਧੰਨ ਆਖਦੇ, ਸਿੱਖਾ ਤੂੰ ਧੰਨ ਹੈ, ਤੂੰ ਆਪਣੇ ਗੁਰੂ ਜੀ ਦੀ ਗੱਲ ਮੰਨੀ ਹੈ, ਤੂੰ ਧੰਨ ਹੈ, ਤੂੰ ਪਰਮੇਸ਼ਰ ਦੀ ਸਿਫਤ ਕਰਦਾ, ਤੈਨੂੰ ਨਮਸਕਾਰ ਹੈ।
ਸਾਡੇ ਸਿੱਖ ਜਗਤ ਵਿੱਚ ਤੇ ਜਿਹੜੇ ਕਦੋਂ ਦੇ ਸਰੀਰ ਛੱਡ ਗਏ ਨੇ, ਇੱਥੋਂ ਦੁਨੀਆ ਤੋਂ ਚਲੇ ਗਏ ਆ, ਉਹਨਾਂ ਨੂੰ ਮੱਥੇ ਟੇਕਣ ਡਏ ਨੇ, ਉਹਨਾਂ ਰੱਬ ਦੀ ਸਿਫਤ ਕੀਤੀ। ਜੀਂਦਾ ਜਾਗਦਾ ਕੋਈ ਕਰੇ ਕਿਉਂ ਨਾ, ਉਹਦੇ ਅੱਗੇ ਸਿਰ ਝੁਕਾਵਾਂਗੇ ਜੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਤੇ ਬੈਠ ਤੇ ਮੂਰਖ ਮਨ ਨੂੰ ਸਮਝਾ, ਇਸ ਮੂਰਖ ਮਨ ਨੂੰ ਸਮਝਾ। ਮੂਰਖ ਮਨ ਸਮਝਾਏ ਆਖੋ ਕੇਤੜਾ, ਆਖੀ ਚੱਲ, ਜਿੰਨਾ ਵੀ ਕਹਿਣਾ ਪਵੇ ਕਹੀ ਚੱਲ ਇਸ ਮੂਰਖ ਮਨ ਨੂੰ। ਤੇ ਪੁੱਛਿਆ ਜੀ ਕੀ ਆਖਾਂ? ਕਹਿੰਦੇ ਇਸ ਮਨ ਨੂੰ ਕਹਿ ਮੂੰਹ ਗੁਰੂ ਵਾਲੇ ਪਾਸੇ ਕਰ, ਗੁਰੂ ਵਾਲੇ ਪਾਸੇ ਮੂੰਹ ਕਰ ਤੇ ਰੱਬ ਦੇ ਗਾ ਗੁਣ ਵੇਖੀ। ਫਿਰ ਸਹਿਜੇ ਸਹਿਜੇ ਤੈਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਏਗਾ। ਰੰਗ ਦਾ ਅਰਥ ਹੁੰਦਾ ਪ੍ਰੇਮ ਪ੍ਰਾਪਤ ਹੋ ਜਾਏਗਾ। ਜਿਹੜਾ ਬੰਦਾ ਦਿਨ ਰਾਤ ਲੱਗਾ, ਪ੍ਰੇਮ ਪ੍ਰਾਪਤ ਹੋਣਾ ਹੀ ਹੈ ਜੀ। ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ। ਹੁਕਮ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਕਰ ਰਹੇ ਨੇ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ। ਆਪਣੇ ਪਿਆਰੇ ਪ੍ਰਭੂ ਪਰਮੇਸ਼ਰ ਨੂੰ ਸੰਭਾਲ ਕੇ ਰੱਖ, ਭੁੱਲ ਨਾ, ਯਾਦ ਰੱਖ ਹਰ ਵੇਲੇ, ਦਿਨ ਰਾਤ, ਅੱਠੇ ਪੈਰ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ। ਜੇ ਚੱਲੇ ਗੁਣ ਨਾਲ, ਉਹ ਜਿਹੜੇ ਤੂੰ ਗੁਣ ਇਕੱਠੇ ਕੀਤੇ, ਅਰਦਾਸਾਂ ਬੇਨਤੀਆਂ ਕਰ ਕਰਕੇ ਰੱਬ ਵਾਲੇ, ਜਦਰ ਤੁਰੇਗਾ ਗੁਣ ਤੇਰੇ ਨਾਲ ਚੱਲਣਗੇ, ਉਹ ਗੁਣ ਤੇਰੇ ਨਾਲ ਚੱਲਣਗੇ। ਇੱਕ ਮਹਾਂਪੁਰਖਾਂ ਦੀ ਪਿੱਛੇ ਜੇ ਮੇਰੇ ਨਾਲ ਗੱਲ ਹੋਈ, ਉਹ ਵਿਦੇਸ਼ ਵਿੱਚ ਗਏ, ਆਸਟ੍ਰੇਲੀਆ ਵਿੱਚ ਗਏ। ਉਹਨਾਂ ਦੇ ਸੇਵਕ ਕੋਈ ਉਹਨਾਂ ਨੂੰ ਕਿਸੇ ਗੁਰਦੁਆਰਾ ਸਾਹਿਬ ਲੈ ਕੇ ਗਏ, ਤੇ ਸੇਵਕ ਨੇ ਪ੍ਰਬੰਧਕ ਜਨਾਂ ਨੂੰ ਆਖਿਆ ਵੀ ਮਹਾਂਪੁਰਖ ਆਏ, ਸੰਤ ਆਏ ਨੇ, ਤੇ ਇਹ ਬੜੇ ਵਿਦਵਾਨ ਨੇ, ਤੇ ਇਹਨਾਂ ਨੂੰ ਟਾਈਮ ਦਿੱਤਾ ਜਾਵੇ। ਤੇ ਪਤਾ ਉੱਥੋਂ ਦਾ ਪ੍ਰਬੰਧਕ ਕੀ ਆਉਂਦਾ, ਸੰਤ ਤਾਂ ਅਸੀਂ ਮੰਨਦੇ ਹੀ ਨਹੀਂ ਕਿਸੇ ਨੂੰ, ਸੰਤ ਨਹੀਂ ਕੋਈ ਹੁੰਦਾ। ਕਹਿਣ ਲੱਗੇ ਅਸੀਂ ਨਹੀਂ ਕਿਸੇ ਨੂੰ ਮਹਾਂਪੁਰਖ ਮੰਨਦੇ, ਤੇ ਟਾਈਮ ਇੱਥੇ ਅਸੀਂ ਇਸ ਤਰ੍ਹਾਂ ਕਿਸੇ ਨੂੰ ਦਿੰਦੇ ਨਹੀਂ, ਅਸੀਂ ਜਿਹਨੂੰ ਸੱਦੀਏ ਉਸੇ ਨੂੰ ਟਾਈਮ ਦਿੰਦੇ ਹਾਂ ਜੀ। ਤੇ ਸੰਤਾਂ ਦੇ ਕੋਲ ਸੀ ਰੱਬ ਵਾਲੇ ਗੁਣ, ਸਾਦਗੀ, ਨਿਮਰਤਾ, ਵਿਦਿਆ ਦਾ ਖਜ਼ਾਨਾ, ਭਜਨ ਬੰਦਗੀ, ਨਿਤ ਨੇਮ, ਸੇਵਾ ਸਿਮਰਨ। ਉਹ ਜਿਹੜਾ ਬੰਦਾ ਲੈ ਕੇ ਗਿਆ ਸੀ ਨਾ, ਉਹ ਬੜਾ ਅਸਰ ਸੂਖ ਵਾਲਾ ਸੀਗਾ। ਉਹਨੇ 5-7 ਪ੍ਰਬੰਧਕਾਂ ਦੇ ਨਾਲ ਗੱਲ ਕੀਤੀ, ਤੇ ਉਹ ਮਨ ਤੇ ਗਏ ਟਾਈਮ ਦੇਣ ਨੂੰ, ਪਰ ਉਹ ਕਹਿੰਦੇ ਵੀ ਅਸੀਂ ਸਟੇਜ ਤੇ ਇਹ ਨਹੀਂ ਕਹਿਣਾ ਵੀ ਸੰਤ ਬਾਬਾ ਜੀ ਕਥਾ ਕਰਨਗੇ, ਅਸੀਂ ਇਹ ਕਹਿਣਾ ਵੀ ਭਾਈ ਜੀ ਆਏ ਨੇ, ਇਹਨਾਂ ਦਾ ਨਾਮ ਲੈ ਦਾਂਗੇ, ਤੇ 10 ਮਿੰਟ ਤੋਂ ਵੱਧ ਅਸੀਂ ਟਾਈਮ ਨਹੀਂ ਦੇਣਾ। ਤੇ ਸੰਗਤ ਜੀ 10 ਮਿੰਟਾਂ ਦੇ ਵਿੱਚ ਉਹਨਾਂ ਨੇ ਉਹ ਰੰਗ ਬੱਧਾ, ਰੱਬ ਵਾਲੇ ਗੁਣ ਸੀ ਉਹਨਾਂ ਦੇ ਕੋਲ। 10 ਮਿੰਟਾਂ 'ਚ ਉਹਨਾਂ ਨੇ ਰੱਬ ਦੀ ਮਹਿਮਾ ਦੀ ਐਸੀ ਹਨੇਰੀ ਲਿਆਂਦੀ, ਜਿਸ ਤਰ੍ਹਾਂ ਬਾਣੀ 'ਚ ਲਿਖਿਆ ਨਾ, ਦੇਖੋ ਭਾਈ ਗਿਆਨ ਕੀ ਆਈ ਆਂधी। ਤੇ ਜਦੋਂ ਫਿਰ ਹਨੇਰੀ ਆਉਂਦੀ, ਵੱਡਿਆਂ ਦੇ ਹਾਂਜੀ ਥਾਂ ਮਿਲ ਜਾਂਦੇ ਨੇ ਜੀ। ਇਹ ਲੁਕਦੇ ਫਿਰਦੇ, ਸੱਜੇ ਖੱਬੇ ਬਹਿੰਦੇ ਫਿਰਦੇ। ਐਸਾ ਗਿਆਨ ਮਹਾਂਪੁਰਖਾਂ ਨੇ ਰੱਬੀ ਗੁਣਾਂ ਵਾਲਾ ਵਰਤਾਇਆ, ਸਭ ਨੂੰ ਚੇਤਾ ਹੀ ਭੁੱਲ ਗਿਆ ਟਾਈਮ ਦਾ ਜੀ। ਤੇ ਸਾਰਿਆਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੱਲ ਕਿੰਨੇ ਵਜੇ ਦਰਸ਼ਨ ਦਿਓਗੇ, ਕੱਲ ਕਿੰਨੇ ਵਜੇ ਗੁਰਦੁਆਰਾ ਸਾਹਿਬ ਆਓਗੇ। ਤੇ ਜਿਹੜਾ ਬੰਦਾ ਆਉਂਦਾ ਹੈ ਸੰਤ ਕਿਸੇ ਨੂੰ ਨਹੀਂ ਮੰਨਦੇ, ਤੇ ਉਹ ਸਟੇਜ ਤੇ ਮੈਕ ਫੜ ਕੇ ਕਹਿੰਦਾ, ਸਾਧ ਸੰਗਤ ਜੀ ਪੰਜਾਬ ਦੀ ਧਰਤੀ ਤੋਂ ਮਹਾਂਪੁਰਖ ਸੰਤ ਬਾਬਾ ਜੀ ਆਏ ਨੇ, ਤੇ ਇਹਨਾਂ ਨੂੰ ਜੀ ਆਇਆਂ ਨੂੰ, ਤੇ ਅੱਜ ਖੁੱਲ੍ਹਾ ਟਾਈਮ ਇਹਨਾਂ ਦਾ ਹੀ ਹੋਏਗਾ ਸਾਰਾ। ਕਹਿਣ ਲੱਗੇ ਹੁਣ ਸਹੀ ਰੱਬ ਦੇ ਗੁਣ ਬੰਦੇ ਦੇ ਕੋਲ। ਤੇ ਦੂਜੀ ਪਾਰਟੀ ਜਿਹੜੀ ਆ, ਉਹ ਪਤਾ ਕਿਸ ਤਰ੍ਹਾਂ ਦੀ ਆ, ਇੱਕ ਲੋਭੀ ਲਾਲਚੀ ਸਟੇਜ ਦੇ ਉੱਤੇ ਲੱਗਾ ਜੀ, ਤੇ ਗੁਣ ਰੱਬ ਦਾ ਕੋਲ ਕੋਈ ਨਹੀਂ ਸੀ, ਆਇਆ ਸੀ ਵਿਚਾਰਾ ਪੈਸੇ ਇਕੱਠੇ ਕਰਨ ਜੀ। ਸੱਜੇ ਖੱਬੇ ਕਦੇ ਕੁਝ ਬੋਲ, ਕਦੇ ਕੁਝ ਬੋਲ, ਲੋਕੀ ਗੱਲੀ ਲੱਗ ਪਏ ਜੀ, ਬੀਬੀਆਂ ਵੀ ਗੱਲਾਂ ਕਰੀ ਜਾਣ, ਬੰਦੇ ਵੀ ਕਰੀ ਜਾਣ। ਉਹ ਆਖੇ ਸਾਧ ਸੰਗਤ ਜੀ ਚੁੱਪ ਦਾ ਦਾਨ ਬਖਸ਼ੋ, ਚੁੱਪ ਦਾ ਦਾਨ ਬਖਸ਼ੋ, ਮੇਰੇ ਵਿਚਾਰ ਸੁਣੋ। ਇੱਕ ਬੀਬੀ ਬੜੀ ਸਿਆਣੀ ਉੱਠ ਕੇ ਕਹਿੰਦੀ, ਭਾਈ ਤੂੰ ਚੁੱਪ ਕਰ ਜਾ, ਫਿਰ ਅਸੀਂ ਸਾਰੇ ਚੁੱਪ ਕਰ ਜਾਗੇ। ਕਹਿਣ ਲੱਗੀ ਤੂੰ ਚੁੱਪ ਕਰ ਜਾ, ਤੂੰ ਕੰਨ ਖਾ ਲੈ ਸਾਡੇ। ਕਹਿਣ ਲੱਗੀ ਨਾ ਕੋਈ ਤੇਰੀ ਗੱਲ 'ਚ ਰਸ, ਨਾ ਕੋਈ ਪ੍ਰੇਮ, ਨਾ ਕੋਈ ਸ਼ਰਧਾ, ਨਾ ਕੋਈ ਭਾਵਨਾ, ਸਾਨੂੰ ਜੀ ਚੁੱਪ ਕਰਾਉਣਾ, ਤੂੰ ਚੁੱਪ ਕਰ ਖਾ। ਹਾਂਜੀ, ਪਰ ਜਿਨ੍ਹਾਂ ਦੇ ਕੋਲ ਰੱਬੀ ਗੁਣ ਹੈਗੇ ਆ ਨਾ ਜੀ, ਦੁਨੀਆ ਤਰਸਦੀ ਹੈ ਜੀ, ਤਰਸਦੀ। ਮਹਾਰਾਜ ਕਹਿੰਦੇ ਜਿਹੜੇ ਤੂੰ ਰੱਬੀ ਗੁਣ ਇਕੱਠੇ ਕੀਤੇ ਆ ਨਾ,
ਜੇ ਚੱਲੇ ਗੁਣ ਨਾਲ, ਜਿੱਥੇ ਜਾਏਗਾ ਉਹ ਰੱਬੀ ਗੁਣ ਤੇਰੇ ਨਾਲ ਜਾਣਗੇ ਮਾਰੇ ਕਹਿੰਦੇ ਆ। ਭਾਵੇਂ ਕੈਨੇਡਾ ਚਲ ਜਾ ਤਾਂ ਭਾਵੇਂ ਅਮਰੀਕਾ ਚਲ ਜਾ, ਜਿੱਥੇ ਮਰਜ਼ੀ ਦੁਨੀਆ 'ਚ ਚਲੇ ਜਾ, ਉਹ ਗੁਣ ਤੇਰੀ ਜਾਣ ਪਛਾਣ ਕਰਾਉਣਗੇ, ਉਹ ਗੁਣ ਤੇਰੀ ਧੰਨ ਧੰਨ ਕਰਾਉਣਗੇ, ਉਹ ਗੁਣ ਤੇਰੀ ਪੂਜਾ ਕਰਾਉਣਗੇ। ਜੇ ਚੱਲੇ ਗੁਣ ਨਾਲ ਨਾਹੀਂ ਦੁੱਖ ਸੰਤਾਪਣਾ, ਯਾਦ ਰੱਖ ਗੁਰੂ ਕੇ ਸਿੱਖਾ, ਜੇ ਤੇਰੇ ਕੋਲ ਰੱਬੀ ਗੁਣ ਹੋਣਗੇ ਤੈਨੂੰ ਕਦੇ ਕਲੇਸ਼ ਨਹੀਂ ਲੱਗੇਗੀ ਮਾਰੇ ਕਹਿੰਦੇ, ਕਦੇ ਤੈਨੂੰ ਪਰੇਸ਼ਾਨੀ ਨਹੀਂ ਆਏਗੀ। ਰੱਬੀ ਗੁਣਾਂ ਦੇ ਵਿੱਚ ਬੜੀ ਵੱਡੀ ਤਾਕਤ ਹੈਗੀ। ਜੇ ਰੱਬੀ ਗੁਣ ਤੇਰੇ ਕੋਲ ਹੋਣਗੇ ਨਾ, ਉਸ ਅਕਾਲ ਪੁਰਖ ਵਾਲੇ ਗੁਣ ਤੇਰੇ ਕੋਲ ਹੋਣਗੇ, ਉਹ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ, ਬੜਾ ਮਿਹਰਬਾਨ ਹੈ। ਰੱਬੀ ਗੁਣ ਸੁਣੇ ਤੁਸਾਂ? ਮਹਾਰਾਜ ਬਾਣੀ ਵਿੱਚ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਹ ਰੱਬੀ ਗੁਣ ਜੇ। ਥੋੜਾ ਆਪਾਂ ਸੋਚ ਲਈਏ, ਤਾਂ ਇੰਨੀ ਉਮਰ ਸਾਡੀ ਲੰਘ ਗਈ ਹੈ ਤੇ ਮਿੱਠਾ ਬੋਲਣਾ ਸਿੱਖਿਆ ਜੀ ਅਸਾਂ? ਰੱਬੀ ਗੁਣ ਹੈ ਜੀ। ਮਹਾਂਪੁਰਖਾਂ ਦੇ ਕੋਲ ਰੱਬੀ ਗੁਣ ਮੈਂ ਵੇਖਿਆ ਜੀ, ਉਹਨਾਂ ਦੀ ਬੋਲੀ ਦੇ ਵਿੱਚੋਂ ਪ੍ਰਗਟ ਹੁੰਦੇ ਵੇਖੇ, ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦੀ ਕਰਨੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ। ਥੋੜਾ ਤੇ ਆਪਾਂ ਲਾਇਸੈਂਸ ਕਟਾਇਆ ਜੀ, ਫਿੱਕਾ ਬੋਲਣਾ ਹੀ ਬੋਲਣਾ ਜੀ, ਸਾਡਾ ਹੱਕ ਆ ਹਰ ਇੱਕ ਨੂੰ ਫਿੱਕਾ ਬੋਲਣਾ ਜੀ। ਹੋਰ ਤੇ ਗੱਲਾਂ ਛੱਡੋ, ਸਾਡੇ ਜਿੰਨੇ ਬੰਦੇ ਟ੍ਰੇਨਡ ਨੇ, ਗਾਵਾਂ ਮੱਝਾਂ ਨੂੰ ਗਾਲਾਂ ਕੱਢੀ ਜਾਂਦੇ ਜੀ। ਦੱਸੋ ਉਹਨਾਂ ਨੂੰ ਕੀ ਪਤਾ ਵੀ ਗਾਲ ਕੀ ਹੁੰਦੀ ਹੈ ਜੀ। ਇੰਨੇ ਟ੍ਰੇਨਡ ਹੋ ਚੁੱਕੇ ਨੇ, ਡੰਗਰਾਂ ਨੂੰ ਵੀ ਗਾਲਾਂ ਕੱਢੀ ਜਾਂਦੇ ਜੀ। ਰੱਬੀ ਗੁਣ ਨੇ, ਰੱਬ ਕਦੇ ਕੌੜਾ ਨਹੀਂ ਬੋਲਦਾ। ਹੋ ਸੰਭਲ ਥਕੀ ਜੀ ਉਹ ਕੌੜਾ, ਉਹ ਕਦੇ ਨਾ ਬੋਲੇ ਕੌੜਾ। ਕਿਉਂ? ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨ ਨੇ ਔਗਣ ਕੋ ਨਾ ਚਿਤਾਰੇ। ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ, ਰੱਬੀ ਗੁਣ ਨੇ। ਤੇ ਆਪਾਂ ਤੇ ਤਕਰੀਬਨ ਮਹਾਰਾਜ ਦੀ ਮਿਹਰ ਹੀ ਆ, ਆਪਣੇ ਪਿੰਡ ਦੇ, ਇਲਾਕੇ ਦੇ, ਸਾਰੇ ਹਿੰਦੁਸਤਾਨ ਦੇ, ਜਿਨ੍ਹਾਂ ਦਾ ਕਦੇ ਪਰਛਾਵਾਂ ਨਹੀਂ ਵੇਖਿਆ, ਉਹਨਾਂ ਦੇ ਔਗਣਾਂ ਦੀ ਪੰਡ ਵੀ ਆਪਾਂ ਬੰਨੀ ਫਿਰਦੇ ਹਾਂ ਜੀ। ਜਿਨ੍ਹਾਂ ਦਾ ਪਰਛਾਵਾਂ ਨਹੀਂ ਕਦੇ ਵੇਖਿਆ, ਉਹਨਾਂ ਦੇ ਵੀ ਔਗਣ ਸੱਜਿਓਂ ਖੱਬਿਓਂ, ਕਿਤੇ ਅਖਬਾਰ 'ਚੋਂ ਪੜ੍ਹ ਲਏ, ਕਿਤੇ ਖਬਰਾਂ ਵਿੱਚ ਵੇਖ ਲਿਆ, ਕਿਤੇ ਮੋਬਾਈਲ ਵਿੱਚ ਵੇਖ ਲਿਆ, ਫਿਰ ਉਹਨਾਂ ਦਾ ਪ੍ਰਚਾਰ ਕਰਨਾ ਜੀ, ਦੂਜਿਆਂ ਨੂੰ ਦੱਸਣਾ ਜੀ। ਆਪ ਭਾਵੇਂ ਜਿੰਨਾ ਮਰਜ਼ੀ ਮਾੜਾ ਹੋਵੇ ਜੀ, ਦੂਜਿਆਂ ਦਾ ਮੱਖੂ ਬੰਨ ਛੱਡਣਾ ਜੀ। ਮਾਰੇ ਕਹਿੰਦੇ ਰੱਬੀ ਗੁਣ ਇਕੱਠੇ ਕਰ, ਮਿੱਠਾ ਬੋਲਣਾ ਸਿੱਖ, ਚੇਤਾ ਭਲਾ ਕੌੜੇ ਪਾਉਂਦਾ, ਔਗਣ ਨਾ ਕਿਸੇ ਦੇ ਚੇਤੇ ਰੱਖ। ਯਾਦ ਰੱਖਿਓ ਗੁਰਮੁਖੋ ਪਿਆਰਿਓ, ਜਿੰਨੇ ਦੂਜਿਆਂ ਦੇ ਔਗਣ ਯਾਦ ਰੱਖੋਗੇ, ਓਨਾ ਹੀ ਹਿਰਦਾ ਮੈਲ ਦੇ ਨਾਲ ਭਰਿਆ ਰਹਿਣਾ ਜੇ। ਜੇ ਬਚਣਾ ਜੇ, ਭੁਲਾ ਦਿਓ ਲੋਕਾਂ ਦੇ ਔਗਣ, ਭੁਲਾ ਦਿਓ। ਅਰਦਾਸ ਵਿੱਚ ਤੁਸੀਂ ਆਪ ਵੀ ਅਰਦਾਸ ਕਰਦੇ ਹੋਵੋਗੇ, ਕਈ ਪ੍ਰੇਮੀ ਤੇ ਸੁਣਦੇ ਵੀ ਜੇ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਅੱਗੇ ਵੇਖ ਕੇ ਅਣਡਿੱਠ ਕੀਤਾ। ਇਸੇ ਕਰਕੇ ਤੇ ਅਣਡਿੱਠ ਕੀਤਾ ਵੀ ਔਗਣ ਮੇਰੇ ਅੰਦਰ ਨਾ ਕਿਤੇ ਵੜ ਜਾਵੇ, ਮੇਰਾ ਹਿਰਦਾ ਮੈਲਾ ਹੋ ਜਾਏਗਾ, ਮੇਰੇ ਅੰਦਰ ਗੰਦਗੀ ਭਰ ਜਾਏਗੀ, ਮੇਰਾ ਮਨ ਮੈਲਾ ਹੋ ਜਾਏਗਾ। ਵੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੇ ਤੂੰ ਉਸ ਪ੍ਰਭੂ ਪਰਮੇਸ਼ਰ ਪਰਮਾਤਮਾ ਵਾਲੇ ਗੁਣ ਇਕੱਠੇ ਕਰੇਗਾ, ਇਹ ਗੁਣ ਤੇਰੇ ਨਾਲ ਚੱਲਣਗੇ। ਜਿੱਥੇ ਜਾਏਗਾ ਇਹ ਗੁਣ ਤੇਰੀ ਜੈ ਜੈਕਾਰ ਕਰਾਉਣਗੇ। ਬਾਬਾ ਹਰਭਜਨ ਸਿੰਘ ਜੀ ਜੋ ਇਸ ਸਥਾਨ ਦੇ ਮੁੱਖ ਸੇਵਾਦਾਰ ਹਨ, ਬੜੇ ਚਿਰਾਂ ਤੋਂ ਇਹ ਸੇਵਾ ਨਿਭਾ ਰਹੇ ਨੇ ਗੁਰੂ ਜੀ ਦੀ ਕਿਰਪਾ ਨਾਲ। ਤੇ ਮੇਰੀ ਤੇ ਇਹਨਾਂ ਦੀ ਸੱਜਣਤਾ ਹੀ ਆ, ਮਿੱਤਰਤਾ ਹੀ ਆ, ਬੜੀ ਪੁਰਾਣੀ। ਇਹ ਕਈ ਦੇਸ਼ਾਂ ਦੇ ਵਿੱਚ ਵਿਚਰ ਕੇ ਆਏ ਨੇ। ਕੋਈ ਬਹੁਤ ਵੱਡੇ ਰਾਗੀ ਨਹੀਂ ਤੇ ਬਹੁਤ ਵੱਡੇ ਕਥਾਵਾਚਕ ਨਹੀਂ ਜੀ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ। ਪਰ ਇਹਨਾਂ ਨੂੰ ਇੰਨਾ ਇੱਜ਼ਤ ਮਾਣ ਸਨਮਾਨ ਬਾਹਰਲੇ ਮੁਲਕਾਂ ਵਿੱਚ ਮਿਲਿਆ ਤੇ ਲੱਖਾਂ ਰੁਪਈਆ ਲੋਕਾਂ ਨੇ ਇਹਨਾਂ ਨੂੰ ਭੇਟਾ ਕੀਤਾ। ਉਹ ਜਿਹੜੇ ਰੱਬੀ ਗੁਣ ਸੀ ਨਾ ਇਹਨਾਂ ਦੇ ਕੋਲ, ਉਹਨਾਂ ਗੁਣਾਂ ਦਾ ਪ੍ਰਭਾਵ ਪਿਆ ਜੀ ਉੱਥੇ ਜਾ ਕੇ। ਨਿਮਰਤਾ, ਮਿੱਠਾ ਬੋਲਣਾ, ਸੇਵਾ ਭਾਵ, ਦੂਜਿਆਂ ਦਾ ਸਤਿਕਾਰ ਕਰਨਾ, ਹਾਂਜੀ, ਉਹ ਰੱਬੀ ਗੁਣ ਜਿਹੜੇ ਆਪੇ ਹੀ ਜਾਣ ਪਛਾਣ ਕਰਾਈ ਜਾਂਦੇ ਆ ਜੀ।
ਉਹਦੇ ਨਾਲ ਵੱਖਰੇ ਪ੍ਰਚਾਰਕਾਂ ਦੀ ਲੋੜ ਹੀ ਨਹੀਂ ਪੈਂਦੀ, ਪ੍ਰਭਾਵ ਆਪੇ ਹੀ ਪਈ ਜਾਂਦਾ ਜੀ। ਰੱਬੀ ਗੁਣ ਬਾਬਾ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਮੈਂ ਦਰਸ਼ਨ ਕਰਨ ਗਿਆ ਤੇ ਸਕਿੰਟਾਂ ਦੇ ਹਿਸਾਬ ਨਾਲ ਉਹਨਾਂ ਦਾ ਦਰਸ਼ਨ ਹੁੰਦਾ ਹੈ। ਬੋਲਦੇ ਵੀ ਨਹੀਂ ਸੀ, ਕਿਸੇ ਵੱਲ ਵੇਂਦੇ ਵੀ ਨਹੀਂ ਸੀ, ਅੱਖਾਂ ਬੰਦ ਨੇ, ਚੁੱਪ ਕਰਕੇ ਬੈਠੇ ਜੀ। ਹਾਂਜੀ, ਬਸ ਉਹਨਾਂ ਨੂੰ ਵੇਖਿਆ ਹੀ ਬਾਬਾ ਖੇਮ ਸਿੰਘ ਜੀ ਮਹਾਰਾਜ ਬੈਠੇ ਭੁੱਚੋ ਸਾਹਿਬ ਵਾਲੇ, ਮੈਂ ਉਹਨਾਂ ਦੇ ਕੋਲ ਬੈਠਾ ਤੇ ਲੱਖਾਂ ਹੀ ਸੰਗਤ, ਦੋ ਬੰਨੇ ਰੱਸੇ ਬੱਧੇ ਵਿੱਚ ਰਾਹ ਬਣਾਇਆ ਤੇ ਸੇਵਾਦਾਰ ਖਲੋਣ ਨਹੀਂ ਸੀ ਕਿਸੇ ਨੂੰ ਦਿੰਦੇ। ਸਵੇਰ ਤੋਂ ਲੈ ਕੇ ਸ਼ਾਮ ਪੈ ਗਈ, ਤੁਰੇ ਚੱਲੋ ਤੁਰੇ ਚੱਲੋ, ਤੁਰੇ ਤੁਰੇ ਜਾਂਦੇ ਆ। ਜਿਹੜਾ ਵੇਖ ਲਿਆ ਉਹਨਾਂ ਨੂੰ ਜੀ, ਵੱਧ ਤੋਂ ਵੱਧ 2 ਸਕਿੰਟ 5 ਸਕਿੰਟ, ਇਸ ਤੋਂ ਵੱਧ ਨਹੀਂ ਜੀ। ਤੇ ਮੈਂ ਸੋਚਿਆ ਵੀ ਇੱਕ ਬੰਦੇ ਨੂੰ ਟੋਈਏ ਭਲਾ ਵੇਖੀਏ। ਜਮਨਾ ਨਗਰ ਦੇ ਇਲਾਕੇ ਦਾ ਬੰਦਾ ਸੀ। ਮੈਂ ਉਹਨੂੰ ਬਾਹਰ ਜਾ ਕੇ ਪੁੱਛਿਆ, ਮੈਂ ਕਿਹਾ ਭਲਿਆ ਲੋਕਾ, ਨਾ ਤੈਨੂੰ ਖਲੋਣ ਦਿੱਤਾ ਤੇ ਨਾ ਤੈਨੂੰ ਉੱਥੇ ਬਹਿਣ ਦਿੱਤਾ, ਐਡੀ ਦੂਰੋਂ ਤੋਂ ਆਇਆ, ਤੈਨੂੰ ਮਿਲਿਆ ਕੀ ਦੱਸ ਇੱਥੇ ਆਉਣ ਦਾ? ਉਹ ਮੈਨੂੰ ਪਤਾ ਕੀ ਆਂਦਾ, ਕਹਿੰਦਾ ਬਾਬਾ ਜੀ ਦੇ ਦਰਸ਼ਨ ਹੋ ਗਏ ਨੇ, ਸਮਝੋ ਸਾਲ ਸੌਖਾ ਲੰਘੇਗਾ। ਕਹਿਣ ਲੱਗਾ ਸਾਲ ਸੌਖਾ ਲੰਘੇਗਾ। ਉਹ ਰੱਬੀ ਗੁਣ ਜਿਹੜੇ ਨੇ, ਇੰਨੀ ਸ਼ਰਧਾ ਭਾਵਨਾ ਜੀਵਾਂ ਦੀ ਬਣ ਰਹੀ, ਉਹ ਰੱਬੀ ਗੁਣ ਜਿਹੜੇ ਉਹ ਵਰਤ ਰਹੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਜੇ ਚੱਲੇ ਗੁਣ ਨਾਲ, ਜਿੱਧਰ ਚੱਲੇਗਾ ਗੁਣ ਨਾਲ ਚੱਲਣਗੇ। ਜਿਹੜੇ ਤੂੰ ਇਕੱਠੇ ਕੀਤੇ ਆ ਨਾ ਗੁਰੂ ਦੀ ਕਿਰਪਾ ਨਾਲ, ਜਿਹੜੇ ਬਾਣੀ ਵਿੱਚ ਗੁਰੂ ਨੇ ਦੱਸੇ, ਉਹ ਗੁਣ ਤੋਂ ਇਕੱਠੇ ਕੀਤੇ, ਜਿੱਧਰ ਜਾਏਗਾ ਨਾਲ ਹੀ ਚੱਲਣਗੇ। ਉਹ ਗੁਣਾਂ ਦਾ ਪ੍ਰਤਾਪ ਵਰਤੇਗਾ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ, ਜੇ ਚੱਲਹਿ ਗੁਣ ਨਾਲ ਨਾਹੀ ਦੁੱਖ ਸੰਤਾਪਣਾ, ਕਲੇਸ਼ ਪਰੇਸ਼ਾਨੀ ਤੇਰੇ ਨੇੜੇ ਨਹੀਂ ਆਏਗੀ। ਕਦੇ ਤੈਨੂੰ ਝੂਰਨਾ ਨਹੀਂ ਪਏਗਾ। ਤੇਰੇ ਕੋਲ ਰੱਬ ਵਾਲੇ ਗੁਣ ਨੇ ਜੀ, ਪਰਮਾਤਮਾ ਵਾਲੇ ਗੁਣ ਨੇ ਤੇਰੇ ਕੋਲ, ਗੁਰੂ ਦੀ ਕਿਰਪਾ ਨਾਲ ਤੂੰ ਪ੍ਰਾਪਤ ਕੀਤੇ ਨੇ, ਤੈਨੂੰ ਕਦੇ ਝੂਰਨਾ ਨਹੀਂ ਪਏਗਾ। ਹੁਣ ਅੱਗੇ ਦੁਨੀਆਦਾਰਾਂ ਦੀ ਗੱਲ ਮਹਾਰਾਜ ਕਰਦੇ ਨੇ ਜੀ। ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਗੁਰਮੁਖ ਨੇ ਮੂੰਹ ਕਰ ਲਿਆ ਗੁਰੂ ਵਾਲੇ ਪਾਸੇ, ਹਰ ਗੱਲ ਗੁਰੂ ਜੀ ਦੀ ਧਿਆਨ ਨਾਲ ਸੁਣੀ, ਹਿਰਦੇ ਵਿੱਚ ਵਸਾਈ, ਮੰਨੀ, ਸਤਿਗੁਰ ਨੂੰ ਭਾਇਆ। ਸਤਿਗੁਰੂ ਨੇ ਉਹਨੂੰ ਪੱਕਾ ਪ੍ਰੇਮ ਬਖਸ਼ ਦਿੱਤਾ, ਪ੍ਰਵਾਨ ਕਰ ਲਿਆ। ਗੁਰਮੁਖ ਨੇ ਰੱਬੀ ਗੁਣ ਧਾਰਨ ਕੀਤੇ ਗੁਰੂ ਜੀ ਦੀ ਕਿਰਪਾ ਨਾਲ, ਤੇ ਗੁਰਮੁਖ ਦੇ ਨਾਲ ਗੁਣ ਚੱਲ ਰਹੇ ਨੇ ਜੀ ਸਾਰੇ, ਜਿੱਧਰ ਜਾਂਦਾ। ਕਮਾਲ ਦੀ ਗੱਲ, ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਨੇ ਹਿੰਦੁਸਤਾਨ ਦਾ ਗੇੜਾ ਲਾਇਆ ਜੀ। ਹਿੰਦੁਸਤਾਨ ਦਾ ਗੇੜਾ ਲਾਇਆ, ਜਿੱਧਰ ਗਏ ਜੈ ਜੈਕਾਰਾਂ ਜੀ, ਜੈ ਜੈਕਾਰ। ਉਹ ਗੁਣ ਨਾਲ ਚੱਲਦੇ ਨੇ ਜੀ। ਹਜ਼ੂਰ ਸਾਹਿਬ ਨਵਾਬ ਹੈਦਰਾਬਾਦ ਨੇ ਆਰਡਰ ਕਰ ਦਿੱਤਾ ਬੁੱਚੜਖਾਨਾ ਖੋਲ੍ਹਣ ਦਾ ਜੀ, ਤੇ ਮਹਾਰਾਜ ਦੀਆਂ ਸੰਗਤਾਂ ਤੇ ਸਿੱਖ ਤੇ ਦੱਖਣੀ ਡਟ ਗਏ ਜੀ। ਜਾਨਾਂ ਵਾਰ ਦਿਆਂਗੇ, ਕਹਿਣ ਲੱਗੇ ਬੁੱਚੜਖਾਨਾ ਨਹੀਂ ਇੱਥੇ ਖੁੱਲ੍ਹਣ ਦੇਣਾ। ਉਧਰ ਪੁਲਿਸ ਆਖੇ ਪਿੱਛੋਂ ਸਰਕਾਰੀ ਆਰਡਰ ਹੋ ਗਿਆ, ਤੁਸੀਂ ਕੌਣ ਜੇ ਰੋਕਣ ਵਾਲੇ? ਉਹ ਕਹਿੰਦੇ ਅਸੀਂ ਤਾਂ ਜਾਨਾਂ ਕੁਰਬਾਨ ਕਰਾਂਗੇ, ਗੁਰੂ ਸੱਚੇ ਪਾਤਸ਼ਾਹ ਦਾ ਇੱਥੇ ਘਰ, ਅਸੀਂ ਇਹ ਕੰਮ ਨਹੀਂ ਹੋਣ ਦੇਣਾ। ਕੁਦਰਤੀ ਬਾਬਾ ਜੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਪਹੁੰਚੇ ਸਨ, ਤੇ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਵਿੱਚ ਡੇਰਾ ਸੀ ਉਹਨਾਂ ਦਾ। ਜਦੋਂ ਬਾਬਾ ਜੀ ਨੂੰ ਪਤਾ ਲੱਗਾ, ਤੇ ਬਾਬਾ ਜੀ ਨੂੰ ਦੋਵਾਂ ਗੱਲਾਂ ਦਾ ਬੜਾ ਫਿਕਰ ਲੱਗਾ ਵੀ ਜੇ ਲੜਾਈ ਝਗੜਾ ਹੋਇਆ ਤੇ ਗੁਰਸਿੱਖਾਂ ਦਾ ਨੁਕਸਾਨ ਹੋਏਗਾ, ਤੇ ਜੇ ਏਡੀ ਮਾੜੀ ਜਗ੍ਹਾ ਇੱਥੇ ਬਣ ਗਈ ਤੇ ਇੱਥੇ ਅਪਵਿੱਤਰਤਾ ਫੈਲੇਗੀ। ਹਜ਼ਾਰਾਂ ਬੰਦਿਆਂ ਦੇ ਜਾਨਾਂ ਵਾਰਨ ਤੱਕ ਗੱਲ ਹੋ ਗਈ ਤੇ ਸਰਕਾਰ ਨਹੀਂ ਮੰਨੀ ਜੀ। ਉਹਨਾਂ ਆਖਿਆ ਬਣੇਗਾ ਬਣੇਗਾ, ਪਰ ਇੱਕੋ ਹੀ ਰੱਬ ਦਾ ਪਿਆਰਾ ਜਿਹਦੇ ਕੋਲ ਰੱਬੀ ਗੁਣ ਸਨ ਨਾ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਰੋਕਣ ਵਾਸਤੇ ਪਹੁੰਚ ਗਏ ਜੀ। ਬਾਬਾ ਜੀ ਜਿਹੜਾ ਸਰਕਾਰੀ ਦਫ਼ਤਰ ਸੀ ਉੱਥੇ ਪਹੁੰਚੇ, ਵੱਡਾ ਅਫਸਰ ਮਿਲਿਆ, ਇੱਕਦਮ ਉਹਦਾ ਸਿਰ ਝੁਕ ਗਿਆ। ਉਸ ਅਫਸਰ ਨੇ ਨਵਾਬ ਹੈਦਰਾਬਾਦ ਨੂੰ ਦੱਸਿਆ, ਇੱਕ ਐਸਾ ਗੁਰਮੁਖ ਮਹਾਂਪੁਰਖ ਆਇਆ ਏ ਜਿਹਦੇ ਕੋਲ ਖੁਦਾ ਦਾ ਰੱਬੀ ਪ੍ਰਤਾਪ ਹੈ, ਆ ਕੇ ਮਿਲੋ ਤੇ ਉਹਦੀ ਗੱਲ ਸੁਣੋ ਜੀ। ਨਵਾਬ ਹੈਦਰਾਬਾਦ ਚੱਲ ਕੇ ਮਹਾਂਪੁਰਖਾਂ ਦੇ ਕੋਲ ਪਹੁੰਚਿਆ ਹਜ਼ੂਰ ਸਾਹਿਬ ਜੀ, ਤੇ ਬਾਬਾ ਜੀ ਕਹਿਣ ਲੱਗੇ, ਨਵਾਬ ਜੀ
ਜੇ ਰੱਬ ਨੇ ਤੁਹਾਨੂੰ ਕੋਈ ਮੌਕਾ ਦਿੱਤਾ ਹੈ ਨਾ ਤੇ ਚੰਗੇ ਕੰਮ ਕਰੋ। ਇਹ ਗੁਰੂ ਕਾ ਸਥਾਨ ਹੈ, ਇਹ ਯੁੱਗਾਂ ਤੋਂ ਲੈ ਕੇ ਸਤਿਗੁਰੂ ਜੀ ਦਾ ਤਪ ਸਥਾਨ ਆ, ਇਹ ਗੁਰੂ 10ਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਵਾਲਾ ਸਥਾਨ ਆ। ਸਾਡੇ ਸਤਿਗੁਰੂ ਹਾਜ਼ਰ ਨਾਜ਼ਰ ਰਹਿੰਦੇ ਨੇ ਇੱਥੇ। ਲੱਖਾਂ ਸੰਗਤਾਂ ਇੱਥੋਂ ਦੀ ਚਰਨ ਧੂੜ ਮੱਥੇ ਤੇ ਲਾਉਣ ਆਉਂਦੀਆਂ। ਐਡਾ ਮਾੜਾ ਫੈਸਲਾ ਕੀਤਾ ਜੇ, ਐਡਾ ਗਲਤ ਫੈਸਲਾ ਕੀਤਾ। ਨਵਾਬ ਦੀ ਜੁਰਤ ਨਹੀਂ ਪਈ ਸਿਰ ਚੁੱਕ ਕੇ ਤੇ ਅੱਖ 'ਚ ਅੱਖ ਪਾ ਕੇ ਅੱਗੋਂ ਗੱਲ ਕਰੇ ਜੀ। ਇੱਕੋ ਹੀ ਬੇਨਤੀ ਕੀਤੀ, ਭੁੱਲ ਗਏ ਤੇ ਨਾਲ ਲਿਖ ਦਿੱਤਾ ਵੀ ਇੱਥੇ ਕਦੇ ਵੀ ਜਿੰਨਾ ਚਿਰ ਦੁਨੀਆ ਰਹੇਗੀ ਕਦੇ ਬੁੱਚੜਖਾਨਾ ਨਹੀਂ ਬਣੇਗਾ ਜੀ। ਉਹਨੇ ਕਾਨੂੰਨ ਪਾਸ ਕਰ ਦਿੱਤਾ ਵੀ ਕਦੇ ਵੀ ਇੱਥੇ ਇਹੋ ਜਿਹੀ ਚੀਜ਼ ਕਦੇ ਨਹੀਂ ਇੱਥੇ ਹੋਏਗੀ ਜੀ। ਕਿਉਂ? ਉਹ ਰੱਬੀ ਗੁਣ ਸਨ ਉਹਨਾਂ ਦੇ ਕੋਲ ਜੀ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ, ਜੇ ਚੱਲਹਿ ਗੁਣ ਨਾਲ ਨਾਹੀ ਦੁੱਖ ਸੰਤਾਪਣਾ। ਹੁਣ ਵਾਰੀ ਆ ਗਈ ਦੁਨੀਆਦਾਰਾਂ ਦੀ, ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕੀਤਾ ਹੀ ਨਹੀਂ, ਮਨ ਵੱਲ ਹੀ ਮੁੱਖ ਰੱਖਿਆ ਜੀ। ਮੇਰਾ ਮਨ ਆਹ ਕਹਿੰਦਾ, ਮੇਰਾ ਮਨ ਆਹ ਚਾਹੁੰਦਾ, ਮੇਰੇ ਬਸ ਮਨ ਵਾਲੇ ਪਾਸੇ ਹੀ ਮਨਮਤੀਏ, ਮਨਮੁਖ। ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਮਨਮੁਖ ਸਦਾ ਹੀ ਭਰਮ ਦੇ ਵਿੱਚ ਜਿਉਂਦਾ ਏ ਤੇ ਮਨਮੁਖ ਸਦਾ ਹੀ ਭੁੱਲਿਆ ਰਹਿੰਦਾ ਜੀ। ਕਦੇ ਮਨਮੁਖ ਸਿੱਧੇ ਰਸਤੇ ਨਹੀਂ ਪੈਂਦਾ। ਪੁੱਛਿਆ ਮਹਾਰਾਜ ਮਨਮੁਖ ਦਾ ਕਸੂਰ ਕੀ ਆ? ਕਹਿੰਦੇ ਉਹਦੇ ਹਿਰਦੇ 'ਚ ਪ੍ਰੇਮ ਨਹੀਂ ਹੈਗਾ। ਉਹਨੇ ਗੁਰੂ ਕੋਲੋਂ ਪ੍ਰੇਮ ਨਹੀਂ ਪ੍ਰਾਪਤ ਕੀਤਾ। ਮਨਮੁਖ ਭੁੱਲਿਆ ਹੀ ਰਿਹਾ, ਭਟਕਦਾ ਹੀ ਰਿਹਾ, ਭਰਮ 'ਚ ਹੀ ਰਿਹਾ। ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ। ਗੁਰਮੁਖ ਨੇ ਵੀ ਸਰੀਰ ਤਿਆਗਿਆ ਤੇ ਮਨਮੁਖ ਵੀ ਮਰਿਆ। ਗੁਰਮੁਖ ਦੇ ਸਰੀਰ ਤਿਆਗਣ ਵਾਲੇ ਦਿਨ ਲੱਖਾਂ ਲੋਕ ਇਕੱਠੇ ਹੋ ਕੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਦੇ ਨੇ। ਹਜ਼ਾਰਾਂ ਬੰਦੇ ਸੇਵਾ ਕਰਦੇ ਤੇ ਕਈ ਬੰਦੇ ਦਿਨ ਰਾਤ ਜਸ ਗਾਉਂਦੇ ਤੇ ਹਜ਼ਾਰਾਂ ਹੀ ਲੱਖਾਂ ਹੀ ਸੰਗਤਾਂ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੀਆਂ ਹੈ। ਤੇ ਮਨਮੁਖ ਭਟਕਦਾ ਭਟਕਦਾ ਪਰਮੇਸ਼ਰ ਦੇ ਪ੍ਰੇਮ ਤੋਂ ਰਹਿਤ ਭੁੱਲਿਆ ਹੋਇਆ ਮਰ ਗਿਆ ਤੇ ਮਨਮੁਖ ਨਿਖਸਮਾ ਹੋ ਕੇ ਮਰਿਆ। ਨਿਖਸਮਾ ਹੋ ਕੇ, ਨਾ ਅੱਗਾ ਤੇ ਨਾ ਪਿੱਛਾ। ਮਨਮੁਖ ਨੂੰ ਨਾ ਇਸ ਲੋਕ ਵਿੱਚ ਢੋਈ ਤੇ ਨਾ ਅਗਲੇ ਲੋਕ ਵਿੱਚ ਢੋਈ। ਕਿਸੇ ਮਨਮੁਖ ਦਾ ਤੁਸੀਂ ਦਿਹਾੜਾ ਦੁਨੀਆ 'ਚ ਮਨਾਉਂਦੇ ਵੇਖਿਆ ਕਿਸੇ ਨੂੰ ਜੀ? ਵੀ ਮਨਮੁਖ ਦੇ ਨਾਮ ਤੇ ਲੰਗਰ ਲੱਗਦੇ ਹੋਣ, ਕੀਰਤਨ ਦਰਬਾਰ ਹੁੰਦੇ ਹੋਣ, ਕਦੇ ਵੇਖਿਆ ਜੇ? ਨਹੀਂ। ਕਿਉਂ? ਮਨਮੁਖ ਦੇ ਕੋਲ ਰੱਬੀ ਗੁਣ ਨਹੀਂ ਕੋਈ ਹੈਗਾ ਜੀ। ਮਨਮੁਖ ਬੜੇ ਬੜੇ ਅਹੁਦਿਆਂ ਤੇ ਹੋ ਕੇ ਮਰਦੇ ਜੀ, ਬੜੇ ਬੜੇ ਅਹੁਦਿਆਂ ਤੇ ਜੀ। ਹਾਂਜੀ। ਤੇ ਪਰ ਮਨਮੁਖਾਂ ਨੂੰ ਕਦੇ ਕਿਸੇ ਨੇ ਯਾਦ ਨਹੀਂ ਕੀਤਾ। ਮਨਮੁਖ ਨੇ ਭੁੱਲੇ ਹੋਏ ਨੇ ਜ਼ਿੰਦਗੀ ਸਾਰੀ ਬਰਬਾਦ ਕਰਕੇ। ਗੁਰਮੁਖ ਅਵਸਥਾ ਵਾਲੇ ਬਾਬਾ ਜੀ, ਬਾਬਾ ਜਗਤ ਸਿੰਘ ਜੀ, ਜਿਨ੍ਹਾਂ ਨੂੰ ਸੰਗਤਾਂ ਰੋਜ਼ ਵੀ ਯਾਦ ਕਰਦੀਆਂ ਨੇ। ਤੇ ਸਾਲਾਨਾ ਸਮਾਗਮ ਦੇ ਵਿੱਚ ਕਿਸ ਤਰ੍ਹਾਂ ਹੈ ਦੇਵਤਿਆਂ ਨੂੰ ਤੁਸੀਂ ਬੈਠੇ ਜੇ। ਮੈਨੂੰ ਅੱਜ ਕਾਹਲੀ ਸੀ, ਛੇਤੀ ਸ਼ਾਇਦ ਬੁੱਧਵਾਰ ਆ ਜੀ, ਅਸਥਾਨ ਤੇ ਸਾਰੀ ਰਾਤ ਦਾ ਸਮਾਗਮ ਹੁੰਦਾ ਤੇ ਸੰਗਤਾਂ ਬਾਹਰਲੇ ਮੁਲਕ ਵਿੱਚੋਂ ਆਈਆਂ ਬੈਠੀਆਂ ਸੀ। ਮੈਂ ਕਿਹਾ ਜੇ ਅਸੀਂ ਆਏ, ਹੁਣੇ ਆਏ, ਛੇਤੀ ਛੇਤੀ ਸ਼ਬਦ ਪੜ੍ਹ ਕੇ ਤੇ ਫੁਰਨਾ ਹੈ ਵੀ ਆਹ ਸ਼ਬਦ ਪੜ੍ਹ ਕੇ ਜਿਹਦੀ ਵਿਚਾਰ ਕਰਨੇ ਤੇ ਹੱਲੇ ਨਾਲ ਛੁੱਟੀ ਲੈ ਲੈਣੀ ਆ ਤੇ ਬਹਾਨਾ ਸਾਡੇ ਕੋਲ ਵੀ ਅੱਜ ਬੁੱਧਵਾਰ ਆ ਜੀ। ਪਰ ਤੁਹਾਡੀ ਇਕਾਗਰਤਾ ਨੇ ਚੇਤਾ ਹੀ ਭੁਲਾ ਦਿੱਤਾ ਜਾਣ ਦਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਨੇ ਗੁਰ ਕੀ ਕਾਰ ਕਮਾਏ। ਉਹ ਸਿੱਖਾ ਆ ਦੁਨੀਆ ਦੇ ਕੰਮਾਂ ਵਿੱਚ ਲੱਗਾ ਰਹਿਣਾ, ਐਵੇਂ ਧੰਦਾ ਕੂੜਾ ਬਾਸੇ 'ਚ ਫਸਿਆ ਰਹਿਣਾ, ਕਿਤੇ ਗੁਰੂ ਘਰ ਦੀ ਵੀ ਕਾਰ ਕਰਿਆ ਕਰ। ਗੁਰਮੁਖ ਨੇ ਕੀ ਕੀਤਾ ਜੀ? ਗੁਰਮੁਖ ਨੇ ਗੁਰੂ ਜੀ ਦੀ ਕਾਰ ਕੀਤੀ, ਗੁਰੂ ਘਰ ਦੀ ਸੇਵਾ ਕੀਤੀ, ਗੁਰੂ ਘਰ ਦੇ ਕੰਮ ਕੀਤੇ ਗੁਰਮੁਖ ਨੇ। ਤੇ ਗੁਰਮੁਖ ਨੇ ਆਪਣਾ ਇੰਨਾ ਲਾਹਾ ਪ੍ਰਾਪਤ ਕੀਤਾ ਜਿਹਦਾ ਅੰਤ ਹੀ ਕੋਈ ਨਹੀਂ ਹੈਗਾ ਜੀ। ਕੰਮ ਤੇ ਵੇਖੋ ਜੀ, ਸੰਸਾਰੀ ਕੰਮ। ਹੁਣ ਜਿਹੜਾ ਬੰਦਾ ਖੇਤੀਬਾੜੀ ਕਰਦਾ ਜੀ, ਘਰ ਉਹਦਾ ਦਾਣਿਆਂ ਨਾਲ ਭਰ ਜਾਂਦਾ ਜੀ, ਜੇਬ ਨੋਟਾਂ ਨਾਲ ਭਰ ਜਾਂਦੀ ਹੈ ਜੀ, ਖੁੱਲ੍ਹਾ ਖਾਣ ਪੀਣ ਨੂੰ ਮੁੱਕਦਾ ਨਹੀਂ। ਪਰ ਜੇ ਕਿਤੇ ਗੁਰੂ ਦਾ ਕੰਮ ਕਰੇ ਤੇ ਫਿਰ ਵੱਡੇ ਵੱਡੇ ਲੰਗਰ ਚੱਲਦੇ ਨੇ ਜੀ, ਜੈ ਜੈਕਾਰਾਂ ਹੁੰਦੀਆਂ ਨੇ ਜੀ, ਵਡਿਆਈਆਂ ਹੁੰਦੀਆਂ। ਉਹਨਾਂ ਵੱਲ ਵੇਖ ਕੇ ਕਈਆਂ ਦਾ ਭਲਾ ਹੁੰਦਾ। ਤਾਂ ਆਖੋ ਗੱਜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ। ਗੁਰਮੁਖ ਨੇ
ਗੁਰਮੁਖ ਨੇ ਵੀ ਕੰਮ ਕੀਤਾ ਤੇ ਦਿਨ ਰਾਤ ਹੀ ਕੀਤਾ ਜੀ, ਦਿਨ ਰਾਤ ਹੀ ਕੀਤਾ ਗੁਰਮੁਖ ਨੇ। ਤੇ ਗੁਰਮੁਖ ਨੇ ਦਿਨ ਰਾਤ ਗੁਰੂ ਘਰ ਦੀ ਕਾਰ ਕਰਕੇ, ਸੇਵਾ ਕਰਕੇ, ਸਤ ਬਚਨੀ ਬਣ ਕੇ ਲਾਹਾ ਪ੍ਰਾਪਤ ਕਰ ਲਿਆ ਜੀ। ਆਪਣਾ ਘਰ ਭਰ ਲਿਆ ਗੁਰੂ ਦੀ ਮਿਹਰਾਂ ਦੇ ਨਾਲ ਜੀ, ਬਖਸ਼ਿਸ਼ਾਂ ਦੇ ਨਾਲ ਜੀ। ਮੈਂ ਹੈਰਾਨ ਹੋ ਜਾਣਾ, ਮਹਾਂਪੁਰਖਾਂ ਦੇ ਸਥਾਨ ਤੇ ਮੈਂ ਬਹੁਤ ਵਾਰ ਇਹ ਗੱਲ ਵੇਖੀ ਤੇ ਸੁਣੀ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਸਾਰੀ ਬੰਦਾ ਗਲ ਪੱਲਾ ਪਾ ਕੇ, ਮੱਥਾ ਟੇਕ ਕੇ ਤੇ ਉਹਨਾਂ ਮਹਾਂਪੁਰਖਾਂ ਦਾ ਨਾਮ ਲੈ ਕੇ ਕੁਝ ਮੰਗਦਾ ਤਾਂ ਉਹਨੂੰ ਮਿਲ ਜਾਂਦਾ ਜੀ। ਮੱਥਾ ਗੁਰੂ ਸਾਹਿਬ ਨੂੰ ਟੇਕਦਾ ਜੀ, ਪਰ ਉੱਥੇ ਮਹਾਂਪੁਰਖਾਂ ਨੇ ਕਮਾਈ ਕੀਤੀ, ਨਾਮ ਉਹਨਾਂ ਦਾ ਲੈ ਕੇ ਕੰਮ ਸਬਰ ਜਾਂਦਾ ਜੀ। ਉਹ ਕਿਉਂ? ਉਹ ਵਡਿਆਈ ਸਤਿਗੁਰ ਨੇ ਦਿੱਤੀ ਉਹਨਾਂ ਨੂੰ ਜੀ, ਉਹ ਬਖਸ਼ਿਸ਼ ਦਿੱਤੀ ਉਹਨਾਂ ਨੂੰ। ਇਸ ਤਰ੍ਹਾਂ ਦੇ ਹਜ਼ਾਰਾਂ ਹੀ ਬੰਦੇ ਮੈਂ ਵੇਖੇ ਜੀ। ਉਹ ਦੱਸਦੇ ਸਾਨੂੰ ਜੀ ਕਿ ਮੈਂ ਇੱਥੇ ਬੇਨਤੀ ਕੀਤੀ ਸੀ, ਮੇਰਾ ਕਾਰਜ ਸੌਰ ਗਿਆ ਜੀ, ਮੇਰਾ ਆਹ ਕੰਮ ਹੋ ਗਿਆ ਜੀ। ਹਜ਼ਾਰਾਂ ਲੱਖਾਂ ਰੁਪਏ ਲੈ ਕੇ ਆਉਂਦੇ। ਆ ਡਾਕਟਰ ਜੀ ਬੈਠੇ ਮਲਕੀਤ ਸਿੰਘ ਜੀ, ਇਹਨਾਂ ਨੂੰ ਪੁੱਛ ਲਓ ਕਿੰਨੇ ਜਣੇ ਆਉਂਦੇ ਬਾਬਾ ਬਹਾਦਰ ਸਿੰਘ ਜੀ ਦੇ ਅਸਥਾਨ ਤੇ ਲੱਖਾਂ ਰੁਪਈਆ ਲੈ ਕੇ। ਬਾਬਾ ਹਰਭਜਨ ਸਿੰਘ ਜੀ ਬੈਠੇ, ਉਹਨਾਂ ਨੂੰ ਪੁੱਛ ਲਓ। ਹਾਂਜੀ, ਬੇਅੰਤ ਮਿਸਾਲਾਂ ਨੇ, ਬੇਅੰਤ ਮਿਸਾਲਾਂ। ਗੁਰਮੁਖ ਨੇ ਗੁਰੂ ਘਰ ਦੀ ਕਾਰ ਕਰਕੇ, ਨਾਮ ਜਪ ਕੇ, ਸੇਵਾ ਕਰਕੇ, ਲਾਹਾ ਲੈ ਕੇ ਆਪਣਾ ਘਰ ਭਰ ਲਿਆ ਜੀ ਉਹਨੇ ਜੀ। ਤੇ ਫਿਰ ਜਿਨ੍ਹਾਂ ਦੇ ਘਰ ਭਰੇ ਪਏ ਆ, ਜਿੰਨੇ ਮਰਜ਼ੀ ਮੰਗਤੇ ਆਈ ਜਾਣ ਜੀ, ਉੱਥੋਂ ਉਹਨਾਂ ਨੂੰ ਮਿਲ ਹੀ ਜਾਂਦਾ ਜੀ ਕੁਝ ਨਾ ਕੁਝ। ਆਟੇ ਵਾਲੇ ਨੂੰ ਆਟਾ ਮਿਲ ਜਾਂਦਾ, ਦਾਣੇ ਵਾਲੇ ਨੂੰ ਦਾਣਾ ਮਿਲ ਜਾਂਦਾ, ਦੁੱਧ ਘਿਓ ਜਿਹੜਾ ਆਵੇ ਖਾਲੀ ਨਹੀਂ ਜਾਂਦਾ, ਅਗਲਿਆਂ ਦੇ ਖੁੱਲੇ ਗੱਫੇ ਦਿਓ। ਹਾਂਜੀ, ਤੇ ਜਿੱਥੇ ਆਪਣੇ ਖਾਣ ਨੂੰ ਕੁਝ ਨਹੀਂ ਹੈਗਾ, ਉੱਥੇ ਦੂਜੇ ਨੂੰ ਕੀ ਮਿਲਣਾ ਜੀ? ਦੂਜੇ ਨੂੰ ਕੀ ਮਿਲਣਾ ਜੀ ਉੱਥੋਂ? ਗੁਰਮੁਖ ਨੇ ਗੁਰੂ ਕੀ ਕਾਰ ਕੀਤੀ, ਗੁਰੂ ਕੇ ਹੁਕਮ ਦੇ ਵਿੱਚ ਰਹਿ ਕੇ ਕੰਮ ਕੀਤਾ ਜੀ। ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ। ਤੇ ਗੁਰਮੁਖ ਵਿਹਲਾ ਨਹੀਂ ਜੀ ਬਹਿੰਦਾ। ਇਹ ਨਹੀਂ ਵੀ ਹੁਣ ਇੰਨਾ ਕੁ ਕੰਮ ਕਰ ਲਿਆ ਤੂੰ ਗਾਂ ਵਿਹਲੇ ਬਹਿ ਜਾਣਾ, ਨਾ ਨਾ, ਗੁਰਮੁਖ ਨਹੀਂ ਵਿਹਲਾ ਬਹਿੰਦਾ ਜੀ। ਰੱਬ ਦਾ ਅੰਤ ਹੀ ਕੋਈ ਨਹੀਂ ਹੈਗਾ, ਤੇ ਰੱਬ ਦੇ ਗੁਣਾਂ ਦਾ ਕੋਈ ਅੰਤ ਨਹੀਂ ਹੈਗਾ, ਤੇ ਗੁਰਮੁਖ ਵਿਹਲਾ ਨਹੀਂ ਬਹਿੰਦਾ। ਗੁਰਮੁਖ ਨੇ ਅਗਲਾ ਕੰਮ ਇੱਕ ਹੋਰ ਸ਼ੁਰੂ ਕਰ ਲਿਆ ਜੀ। ਉਹ ਕੀ ਕੀਤਾ? ਗੁਰਬਾਣੀ ਨਿਰਵਾਣ। ਵੇਖੋ, ਚੰਗੇ ਕੰਮ ਕਰਦਿਆਂ ਕਰਦਿਆਂ ਵੀ ਬੰਦੇ ਦੇ ਫੁਰਨੇ ਬਣਦੇ ਜਾਂਦੇ ਜੀ, ਚੰਗੇ ਫੁਰਨੇ ਵੀ ਬਣੀ ਜਾਂਦੇ ਜੀ, ਕਈ ਤਰ੍ਹਾਂ ਦੀ ਇੱਛਾ। ਹਾਂਜੀ, ਗੁਰਮੁਖ ਨੇ ਇੰਨੀ ਬਾਣੀ ਪੜ੍ਹੀ, ਇੰਨੀ ਬਾਣੀ ਪੜ੍ਹੀ, ਇੰਨੀ ਬਾਣੀ ਵਿਚਾਰੀ, ਇੰਨੀ ਬਾਣੀ ਵਿਚਾਰੀ, ਗੁਰਮੁਖ ਨੇ ਮਨ ਵਿੱਚੋਂ ਸਾਰੀ ਵਾਸ਼ਨਾ ਹੀ ਖਤਮ ਕਰ ਲਈ ਬਾਣੀ ਪੜ੍ਹ ਪੜ੍ਹ ਕੇ। ਹਰ ਤਰ੍ਹਾਂ ਦਾ ਫੁਰਨਾ ਗੁਰਮੁਖ ਨੇ ਮੇਟ ਲਿਆ ਜੀ। ਗੁਰਬਾਣੀ ਨਿਰਵਾਣ, ਸ਼ਬਦ ਪਛਾਣਿਆ। ਤੇ ਗੁਰਮੁਖ ਨੇ ਅਖੀਰ ਤੱਕ ਸਾਰਾ ਜ਼ੋਰ ਲਾ ਦਿੱਤਾ ਸ਼ਬਦ ਦੇ ਨਾਲ ਸਾਂਝ ਪੱਕੀ ਕਰਨ ਵਾਸਤੇ ਜੀ। ਸ਼ਬਦ ਦੇ ਨਾਲ ਸਾਂਝ ਪੱਕੀ ਕਰਨ ਵਾਸਤੇ। ਪਛਾਣਿਆ ਦਾ ਅਰਥ ਹੁੰਦਾ ਸਾਂਝ ਪੱਕੀ ਕਰਨੀ। ਜਦੋਂ ਆਪਾਂ ਕਿਸੇ ਨਾਲ ਜਾਣ ਪਛਾਣ ਬਣਾਉਂਦੇ ਹਾਂ ਤੇ ਸਾਂਝ ਬਣਾਉਣ ਵਾਸਤੇ ਜਾਣ ਪਛਾਣ ਕਰਦੇ ਹਾਂ, ਔਰ ਕੱਲ੍ਹ ਹੀ ਕਰਦੇ ਜੀ। ਉਹਦੇ ਨਾਲ ਜਾਣ ਪਛਾਣ ਕਰੀਦੀ ਵੀ ਇਹਦੇ ਨਾਲ ਮੇਰੀ ਸਾਂਝ ਬਣ ਜਾਵੇ ਜੀ। ਗੁਰਮੁਖ ਨਹੀਂ ਵਿਹਲਾ ਬੈਠਾ ਜੀ, ਉਹਨੇ ਗੁਰਬਾਣੀ ਪੜ੍ਹ ਪੜ੍ਹ ਕੇ। ਮੈਂ ਸਿੱਖ ਜਗਤ ਵਿੱਚ ਸੰਤ ਵੇਖੇ ਜੀ, ਬੜੇ ਬੜੇ ਜਪੀ ਤਪੀ, ਬੜੀ ਬਾਣੀ ਪੜ੍ਹੀ। ਸੰਤ ਬਾਬਾ ਜਵਾਲਾ ਸਿੰਘ ਜੀ ਅਰਖੋਵਾਲ ਵਾਲੇ 25 ਪਾਠ ਜਪਜੀ ਸਾਹਿਬ ਦੇ, 15 ਪਾਠ ਸੁਖਮਨੀ ਸਾਹਿਬ ਜੀ ਦੇ, ਤੇ 5 ਵਾਰਾਂ 5 ਬਾਣੀਆਂ ਦਾ ਪਾਠ ਕਰਦੇ ਸੀ ਜੀ। ਆਪਾਂ ਭਾਵੇਂ ਮਨ ਟਿਕੇ ਨਾ ਟਿਕੇ, ਬਾਣੀ ਪੜ੍ਹਨੀ ਆਵੇ ਨਾ ਪੜ੍ਹਨੀ ਆਵੇ, ਜਿਹੜਾ ਥੋੜ੍ਹਾ ਬਹੁਤਾ ਬਸ ਕਰ ਕੇ ਆਨੇ ਵੀ ਬਸ ਹੋ ਗਿਆ ਜੀ, ਹੁਣ ਹੋ ਗਿਆ। ਉਹ ਤੇ ਵਿਹਲੇ ਬੈਠੇ ਨਹੀਂ ਜੀ। ਤੇ ਜਿੱਥੇ ਜਿੱਥੇ ਵੀ ਉਹਨਾਂ ਨੇ ਡਿਊਟੀਆਂ ਲਾਈਆਂ, 70 ਸਾਲ ਤੋਂ ਵੱਧ ਹੋ ਗਏ ਉਹਨਾਂ ਨੂੰ ਸਰੀਰ ਤਿਆਗੇ ਨੂੰ। ਜਿੱਥੇ ਡਿਊਟੀਆਂ ਲਾਈਆਂ, ਦਿਨ ਰਾਤ ਲੰਗਰ ਚੱਲ ਰਹੇ ਨੇ ਦੇਸੀ ਘਿਓ ਦੇ। ਤੇ ਉਹਨਾਂ ਦੀ ਸੰਪਰਦਾ 'ਚ ਮਰਜ਼ਾਦਾ ਹੈ ਵੀ ਆਪਣੀ ਕਾਰ ਕਰਕੇ ਲੰਗਰ ਲਾਉਣਾ, ਮੰਗ ਕੇ ਲੰਗਰ ਨਹੀਂ ਲਾਉਣਾ ਜੀ। ਆਪਣਾ ਮਾਲ ਡੰਗਰ ਰੱਖ ਕੇ ਦੁੱਧ ਦਹੀਂ ਲੱਸੀ ਮੱਖਣ ਆਪਣਾ ਪੈਦਾ ਕਰਕੇ ਸੰਗਤ ਨੂੰ ਛਕਾਉਣਾ ਜੀ। ਅਨਾਜ ਆਪਣੇ ਹੱਥੀਂ ਪੈਦਾ ਕਰਕੇ ਲੰਗਰ ਲਾਉਣਾ ਜੀ। ਉਹਨਾਂ ਦੇ ਜਾ ਕੇ ਵੇਖ ਲਓ ਸਥਾਨਾਂ ਤੇ ਜੀ, 8 ਪਹਿਰ ਲੰਗਰ ਵਰਤੇਗਾ। ਤੇ ਬੇਅੰਤ ਜਗ੍ਹਾ ਨੇ, ਅਨੰਦਪੁਰ ਸਾਹਿਬ ਗਿਣਤੀ ਦੇ ਥਾਂ ਹੈ ਜਿੱਥੇ 8 ਪਹਿਰ ਲੰਗਰ ਚੱਲਦਾ। ਬਾਬਾ ਜੀ ਦੇ ਸੇਵਕਾਂ ਦੇ ਸਥਾਨ ਤੇ 8 ਪਹਿਰ ਚੱਲਦਾ ਜੀ।
ਉੱਥੇ ਹੈਡ ਦਰਬਾਰ ਜਾ ਕੇ ਵੇਖ ਲਓ, ਭਾਵੇਂ 20,000 ਬੰਦਾ ਲੈ ਜਾਓ, ਤੁਹਾਨੂੰ ਕਹਿਣਗੇ ਬੈਠੋ ਪ੍ਰਸ਼ਾਦਾ ਛਕੋ ਜੀ, ਭਾਵੇਂ ਰਾਤ 12 ਵਜੇ ਚਲੇ ਜਾਓ ਜੀ। ਉਹ ਜਿਹੜੀ ਕਾਰ ਕੀਤੀ, ਕਮਾਈ ਕੀਤੀ ਹੈ ਨਾ, ਉਹ ਕਮਾਈ ਦਾ ਪ੍ਰਤਾਪ ਆ। ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਬਾਣੀ ਪੜ੍ਹ ਪੜ੍ਹ ਕੇ, ਬਾਣੀ ਪੜ੍ਹ ਪੜ੍ਹ ਕੇ ਸਤਿਗੁਰੂ ਜੀ ਦੀ ਸਾਰੀ ਵਾਸ਼ਨਾ ਖਤਮ ਕਰ ਦਿੱਤੀ, ਸਭ ਫੁਰਨੇ ਖਤਮ ਕਰ ਦਿੱਤੇ ਜੀ, ਤੇ ਸ਼ਬਦ ਦੇ ਨਾਲ ਪੱਕੀ ਸਾਂਝ ਪਾ ਲਈ। ਆਖੋ ਗੱਜ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਹੁਣ ਸ਼ਬਦ ਦੀ ਸੰਪੂਰਨਤਾ ਹੋਣ ਲੱਗੀ ਜੇ, ਤੇ ਮੇਰੀ ਮਿਹਨਤ ਜੇ ਤੁਹਾਡੇ ਅੱਗੇ ਵੀ ਹੱਥ ਜੋੜ ਲਓ, ਸਾਰੇ ਜਾਣੇ ਹੱਥ ਜੋੜ ਲਓ। ਇਹ ਮੈਂ ਤੁਹਾਨੂੰ ਤਾਂ ਕਹਿਣ ਲੱਗਾ ਵੀ ਇੱਥੇ ਹੁਣ ਅਰਦਾਸ ਸ਼ਬਦ ਆਉਂਦਾ, ਅਰਦਾਸ। ਅਰਦਾਸ ਦਾ ਆਖਰੀ ਅਰਥ ਪਤਾ ਕੀ ਹੁੰਦਾ? ਦਾਸ ਦੀ ਅਰਜ਼। ਤੁਸੀਂ ਸ਼ਬਦ ਸੁਣ ਕੇ ਤੇ ਆਪਣੇ ਅੰਦਰ ਅਰਜ਼ ਪੈਦਾ ਕਰਨੀ, ਦਾਸ ਬਣ ਕੇ ਆਪਣੇ ਗੁਰੂ ਅੱਗੇ ਕਿ ਸੱਚੇ ਪਾਤਸ਼ਾਹ ਮੈਂ ਵੀ ਤੇਰਾ ਦਾਸ ਹਾਂ, ਭਾਵੇਂ ਮਾੜਾ ਹੀ ਹਾਂ ਜਿਹੋ ਜਿਹਾ ਹੈਗਾ। ਗੁਰੂ ਸਾਹਿਬ ਨੇ ਨਿਰਾਸ਼ ਨਹੀਂ ਕਿਸੇ ਨੂੰ ਕੀਤਾ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਾਮ ਥਾਰੇ। ਜੇ ਭਲੇ ਤੇਰੇ ਆ ਤੇ ਅਸੀਂ ਮਾੜੇ ਵੀ ਤੇਰੇ ਹੀ ਆ ਸੱਚੇ ਪਾਤਸ਼ਾਹ। ਤੇਰੇ ਘਰ ਸਾਰਿਆਂ ਨੂੰ ਥਾਂ ਮਿਲਦਾ ਹੈ, ਤੂੰ ਨਹੀਂ ਕਿਸੇ ਨੂੰ ਨਿਰਾਸ਼ ਕਰਦਾ। ਗੁਰੂ ਨਾਵੇਂ ਪਾਤਸ਼ਾਹ ਸੰਗਰੂਰ ਦੀ ਧਰਤੀ ਤੇ ਬੈਠੇ, ਕੀਰਤਨ ਹੋਇਆ, ਕਥਾ ਹੋਈ, ਤੇ ਇੱਕ ਨਵਾਂ ਬੰਦਾ ਆ ਕੇ ਬਹਿ ਗਿਆ ਜੀ, ਜਿਹਨੂੰ ਕੋਈ ਨਹੀਂ ਪਤਾ ਵੀ ਇਹ ਕੌਣ ਨੇ ਜੀ। ਬਸ ਖੇਤਾਂ 'ਚ ਗੇੜਾ ਲਾਉਣ ਆਇਆ ਤੇ ਚੰਗਾ ਕਰਮ ਕੋਈ ਅੱਗੇ ਆ ਗਿਆ, ਤੇ ਉਹਨੇ ਵੇਖਿਆ ਵਾਜੇ ਵੱਜ ਰਹੇ ਨੇ, ਸ਼ਬਦ ਕੀਰਤਨ ਹੋ ਰਹੇ ਨੇ, ਸੰਗਤ ਬੈਠੀ, ਉਹ ਵੀ ਬਹਿ ਗਿਆ ਜੀ, ਰੌਣਕ ਮੇਲਾ ਵੇਖਣ ਵਾਸਤੇ ਬਹਿ ਗਿਆ। ਕੀਰਤਨ ਸੰਪੂਰਨ ਹੋਇਆ ਤੇ ਗੁਰੂ ਕੇ ਸਿੱਖ ਨੇ ਕੀਤੀ ਕਥਾ, ਤੇ ਕਥਾ ਵਿੱਚ ਉਹਨੇ ਨਾਮ ਦੀ ਮਹਿਮਾ ਕੀਤੀ। ਨਾਮ ਦੀ ਮਹਿਮਾ ਯਾਦ, ਕਥਾ ਤੇ ਆਂਦੀ ਇਸੇ ਨੂੰ ਜਿਹ 'ਚ ਨਾਮ ਦੀ ਮਹਿਮਾ ਹੈ। ਕਦੀ ਕਿਸੇ ਦੀ ਗੱਲ ਲੈ ਤੁਰੋ, ਕਦੀ ਕਿਸੇ ਦੀ ਗੱਲ ਲੈ ਤੁਰੋ, ਤੇ ਇਹ ਕਥਾ ਕਾਹਦੀ ਹੋਈ ਜੀ ਦੱਸੋ ਜੀ? ਘੰਟਾ ਟਾਈਮ ਮਿਲਿਆ ਤੇ ਪੌਣਾ ਘੰਟਾ ਨਿੰਦਿਆ ਜੁਗਲੀ ਤੇ ਲਾ ਦਿੱਤਾ, ਕਥਾ ਕਾਹਦੀ ਹੋਈ ਜੀ ਦੱਸੋ? ਹਾਂਜੀ, ਉਹ ਮੈਨੂੰ ਇੱਕ ਬੰਦਾ ਕਹਿਣ ਲੱਗਾ ਤੁਸੀਂ ਨਕਲੀਆਂ ਗੁਰੂ ਬਾਰੇ ਨਹੀਂ, ਨਕਲੀ ਗੁਰੂ ਉਹਨਾਂ ਬਾਰੇ ਨਹੀਂ ਬੋਲਦੇ। ਮੈਂ ਕਿਹਾ ਸਾਡਾ ਸੱਚਾ ਗੁਰੂ, ਨਕਲੀ ਦਾ ਨਾਮ ਇੱਥੇ ਲਈਏ ਕਿਉਂ ਅਸੀਂ ਜੀ ਦੱਸੋ ਜੀ? ਨਕਲੀ ਦਾ ਨਾਮ ਕਿਉਂ ਲਈਏ ਅਸਲੀ ਗੁਰੂ ਦੇ ਕੋਲ ਜੀ? ਉਹਨਾਂ ਦਾ ਨਾਮ ਲੈ ਕੇ ਸਗੋਂ ਲੋਕਾਂ ਨੂੰ ਚੇਤੇ ਕਰਾਉਣਾ ਵੀ ਫਲਾਣਾ ਵੀ ਹੈਗਾ। ਉਹਨਾਂ ਦਾ ਤਾਂ ਨਾਮ ਹੀ ਨਹੀਂ ਲੈਣਾ, ਉਹਨਾਂ ਨੂੰ ਤੇ ਚੇਤੇ ਹੀ ਨਹੀਂ ਕਰਨਾ। ਐਡੀ ਵੱਡੀ ਵਡਿਆਈ ਸਤਿਗੁਰ ਦੀ, ਜਿਹਦਾ ਅੰਤ ਹੀ ਕੋਈ ਨਹੀਂ ਹੈਗਾ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇੱਥੇ ਤਾਂ ਸਾਰੀ ਦੁਨੀਆ 'ਚ ਗੁਰੂ ਨਾਨਕ ਦੇਵ ਦੀ ਵਡਿਆਈ, ਤੇ ਟੁੱਟੇ ਭੱਜਿਆਂ ਦਾ ਨਾਮ ਕਿਉਂ ਲਈਏ ਜੀ ਇੱਥੇ ਅਸੀਂ? ਆਪਣੇ ਸਤਿਗੁਰ ਦੀ ਵਡਿਆਈ ਕਰੋ, ਸਾਰਿਆਂ ਦਾ ਚੇਤਾ ਹੀ ਭੁੱਲ ਜੇ ਲੋਕਾਂ ਨੂੰ ਜੀ, ਚੇਤਾ ਭੁੱਲ ਜੇ ਉਹਨਾਂ ਦਾ ਜੀ। ਮਹਾਰਾਜ ਦਾ ਸ਼ਬਦ ਸੰਪੂਰਨਤਾਈ ਵਾਲਾ। ਹਾਂ, ਗੁਰੂ ਨਾਵੇਂ ਪਾਤਸ਼ਾਹ ਦੇ ਸੰਗਤ ਵਿੱਚ ਬੈਠ ਕੇ ਨਾ 80 ਸਾਲ ਦੇ ਬੁੱਢੇ ਨੇ ਜਦੋਂ ਗੁਰਬਾਣੀ ਤੇ ਨਾਮ ਦੀ ਮਹਿਮਾ ਸੁਣੀ ਨਾ, ਤਾਂ ਉਹਨੂੰ ਸਮਝ ਪਈ ਗੱਲ ਦੀ ਜੀ, ਕਿ ਉਹ ਸਿੱਖ ਗੱਲ ਬੜੀ ਸੌਖੀ ਜੀ ਕਰਦਾ ਜੀ, ਵਲ ਵਿੰਗ ਨਹੀਂ ਪਾਉਂਦਾ ਜੀ ਬਹੁਤੇ ਜੀ। ਤੇ ਸਿੱਖੀ ਤੇ ਸਿੱਧੀ ਤੇ ਸੌਖੀ ਗੱਲ ਹਰ ਇੱਕ ਦੀ ਸਮਝ ਵਿੱਚ ਪੈਂਦੀ ਹੈ ਜੀ। ਐਵੇਂ ਰੋਲ ਕਚੋਲ ਜਿਹਾ ਪਾ ਛੱਡੇ, ਨਾ ਗੱਲ ਦਾ ਮੂੰਹ ਨਾ ਕੋਈ ਸਿਰ। ਸਿੱਖ ਨੇ ਸਿੱਧੇ ਜਿਹੇ ਬਚਨ ਬੜੇ ਪ੍ਰੇਮ ਦੇ ਨਾਲ ਕੀਤੇ, ਉਹ ਬੁੱਢੇ ਨੂੰ ਸਮਝ ਪੈ ਗਈ। ਤੇ ਉਹ ਬੁੱਢਾ ਆਂਦਾ ਵੀ ਉਹ ਕੌਣ ਬੈਠੇ ਆ? ਤੇ ਸਿੱਖ ਕਹਿੰਦਾ ਬੈਠੇ ਗੁਰੂ ਨਾਨਕ ਦੇਵ ਦੀ ਗੱਦੀ ਦੇ ਮਾਲਕ, ਗੁਰੂ ਨਾਵੇਂ ਪਾਤਸ਼ਾਹ, ਜਿਨ੍ਹਾਂ ਦਾ ਨਾਮ ਲਿਆ ਜਨਮ ਜਨਮ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ। ਘਰ ਵਿੱਚ 9 ਨਿਧੀਆਂ ਤੇ ਰਿੱਧੀਆਂ ਸਿੱਧੀਆਂ ਹਾਜ਼ਰ ਹੋ ਜਾਂਦੀਆਂ ਨੇ। ਇਹੀ ਗਰੀਬ ਨਵਾਜ ਸੱਚਾ ਪਾਤਸ਼ਾਹ, ਦੀਨ ਦੁਨੀਆ ਦਾ ਮਾਲਕ, ਅੰਤਰਜਾਮੀ ਸਤਿਗੁਰੂ, ਇਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਤੋਂ ਬੁੱਢਾ ਉੱਠ ਕੇ ਮਹਾਰਾਜ ਦੇ ਅੱਗੇ ਸਿਰ ਰੱਖ ਕੇ ਰੋਣ ਲੱਗ ਪਿਆ। ਉਹ ਮਹਾਰਾਜ ਕਹਿੰਦੇ ਬਜ਼ੁਰਗਾ ਕੀ ਗੱਲ, ਤੂੰ ਕਿਉਂ ਰੋਣਾ? ਕਹਿੰਦਾ ਸੱਚੇ ਪਾਤਸ਼ਾਹ 80 ਸਾਲ ਦੀ ਉਮਰ ਹੋ ਗਈ ਆ, ਅੱਖਾਂ ਤੋਂ ਘੱਟ ਦਿਸਣ ਲੱਗ ਪਿਆ ਤੇ ਕੰਨਾਂ ਤੋਂ ਘੱਟ ਸੁਣਨ ਲੱਗ ਪਿਆ, ਤੇ ਲੱਤਾਂ ਗੋਡੇ ਪੈਰ ਸਾਥ ਨਹੀਂ ਦਿੰਦੇ। ਅੱਜ ਪਤਾ ਲੱਗਾ ਵਾ ਵੀ ਬੰਦਾ ਆਇਆ ਹੀ ਰੱਬ ਦਾ ਨਾਮ ਲੈਣ ਵਾਸਤੇ ਆ, ਤੇ ਮੈਂ ਤੇ ਆਪਣੀ ਉਮਰ ਗਵਾ ਲਈ। ਮੈਂ ਰੋਂਦਾ ਤਾਂ ਮੈਂ ਆਪਣੀ ਉਮਰ ਗਵਾ ਲਈ, ਹੁਣ ਮੈਂ ਕੀ ਕਰਾਂਗਾ?
ਤੇ ਸੰਗਤ ਜੀ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਘਰ ਵਿੱਚ ਕਿਸੇ ਨੂੰ ਨਿਰਾਸ਼ ਨਹੀਂ ਜੇ ਕੀਤਾ, ਕਦੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਜੀ। ਤੇ ਮਹਾਰਾਜ ਨੇ ਆਪਣਾ ਬਚਨ ਸੁਣਾਇਆ ਬਾਣੀ ਦਾ, ਅੱਜ ਹੂੰ ਕਛ ਬਿਗਰਿਓ ਨਹੀਂ, ਆਖੋ ਗੱਜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। 80 ਸਾਲਾਂ ਦੇ ਬੁੱਢੇ ਨੂੰ ਜਿਹੜਾ ਆਂਦਾ ਮਹਾਰਾਜ ਮੈਂ ਜ਼ਿੰਦਗੀ ਬਰਬਾਦ ਕਰ ਲਈ ਆ, ਸੱਚੇ ਪਾਤਸ਼ਾਹ ਕਹਿੰਦੇ ਅੱਜ ਹੂੰ ਕਛ ਬਿਗਰਿਓ ਨਹੀਂ, ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਅਖੀਰਲੀਆਂ ਪੰਕਤੀਆਂ ਪੜ੍ਹੀਏ, ਟਾਈਮ ਬਹੁਤ ਹੋ ਰਿਹਾ। ਬਾਬਾ ਜੀ ਆ ਗਏ ਨੇ, ਬਾਬਾ ਹਰਭਜਨ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆ। ਤੇ ਮੈਨੂੰ ਸੁਣ ਕੇ ਹੋਰ ਵੀ ਖੁਸ਼ੀ ਹੋਈ ਆ ਕਿ ਬਾਬਾ ਜੀ ਨੇ ਅੱਗੇ ਇੱਥੋਂ ਦੀ ਸੇਵਾ ਆਪਣੇ ਬਹੁਤ ਪਿਆਰ ਵਾਲੇ ਸੇਵਕਾਂ ਨੂੰ ਬਖਸ਼ੀ ਹੈ। ਬੜਾ ਚੰਗਾ ਕੀਤਾ, ਬੜਾ ਚੰਗਾ ਕੀਤਾ ਹੈ। ਮਗਰੋਂ ਖੋਆ ਮਾਈ ਜੀ ਸਵਾਦ ਨਹੀਂ ਆਉਂਦਾ ਜੀ, ਉਹਦੇ ਨਾਲ ਨਾ ਆਪਣੇ ਸਿੱਖਾਂ ਦਾ ਬੜਾ ਮਾਣ ਸਨਮਾਨ ਘਟਦਾ ਏ। ਤੇ ਜਦੋਂ ਬਾਬਿਆਂ ਨਾਲ ਲੜਦੇ ਇਹਨਾਂ ਦਾ ਬੜਾ ਨੁਕਸਾਨ, ਬੜੀ ਬੁਰੀ ਬਾਤ ਹੁੰਦੀ ਹੈ। ਮੈਨੂੰ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਖਡੂਰ ਸਾਹਿਬ ਸੱਦਿਆ। ਇੱਕ ਬਾਬੇ ਸਰੀਰ ਛੱਡ ਕੇ ਤੇ ਮਗਰੋਂ 2 ਬਾਬੇ ਜਿਹੜੇ ਉਹ ਬਾਬੇ ਬਣ ਗਏ ਜੀ, ਆਪੇ ਬਣ ਜਾਂਦੇ ਆ ਜੀ ਆਪੇ। ਗੁਰੂ ਘਰ ਵਿੱਚ ਤੇ ਨਿਮਰਤਾ ਨਿਮਾਣੇ ਮੈਂ ਕੁਝ ਵੀ ਨਹੀਂ ਹੈਗਾ ਜੀ। ਖਡੂਰ ਵਾਲਿਆਂ ਨੇ ਆਖਿਆ ਮਹਾਰਾਜ ਇੱਥੋਂ ਚਲੇ ਜਾਓ, ਤੁਹਾਡੇ ਜਾਣ ਨਾਲ ਮੀਂਹ ਪੈ ਜਾਏਗਾ। ਮਾਰੇ ਕਹਿੰਦੇ ਚੰਗਾ ਭਾਈ, ਜੇ ਤੁਹਾਡਾ ਭਲਾ ਹੁੰਦਾ ਅਸੀਂ ਚਲੇ ਜਾਂਦੇ ਹਾਂ ਜੀ। ਜੇ ਜਾ ਕੇ ਬਾਬੇ ਦਾਤੂ ਜੀ ਨੇ ਕੋਈ ਉਹੋ ਜਿਹੀ ਗੱਲਬਾਤ ਕੀਤੀ, ਮਾਰੇ ਕਹਿੰਦੇ ਚੰਗਾ ਚਲੇ ਜਾਂਦੇ ਹਾਂ ਜੀ। ਹਾਂਜੀ, ਪਰ ਮੇਰਾ ਖਿਆਲ ਹੈ ਅੱਜ ਕੱਲ੍ਹ ਦੇ ਜਿਹੜੇ ਕਬਜ਼ਾ ਪਾਰਟੀ ਬਾਬੇ ਤੇ ਮਰ ਕੇ ਵੀ ਨਹੀਂ ਛੱਡਦੇ ਹੋਣੇ ਜੀ, ਉੱਥੇ ਡੇਰਾ ਰੱਖਦੇ ਹੋਣੇ ਜੀ। ਹਾਂਜੀ, ਗੁਰੂ ਘਰ 'ਚ ਤਿਆਗ ਵਿਰਾਗ। ਹਾਂਜੀ, ਜਿਹੜੀ ਸੇਵਾ ਮਿਲ ਗਈ ਨਿਪੁੰਨ ਹੋ ਕੇ ਨਿਭਾਉਣੀ ਹੈ ਜੀ। ਬਾਬਾ ਹਰਭਜਨ ਸਿੰਘ ਜੀ ਨੇ ਇਮਾਨਦਾਰੀ ਦੇ ਨਾਲ ਸੇਵਾ ਨਿਭਾਈ ਆ। ਸੰਗਤਾਂ ਉਹਨਾਂ ਦਾ ਸਤਿਕਾਰ ਕਰਦੇ ਨੇ ਜੀ। ਹਾਂਜੀ, ਜੋੜੋ ਹੱਥ ਹੁਣ ਸਾਰੇ ਜਣੇ। ਸ਼ਬਦ ਦੀ ਸੰਪੂਰਨਤਾਈ ਦੀਆਂ ਪੰਕਤੀਆਂ 2। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਲਿਆ ਪੁਰਸ਼ਾ, ਜੇ ਤੈਨੂੰ ਉਤਲੀਆਂ ਗੱਲਾਂ ਔਖੀਆਂ ਲੱਗਦੀਆਂ ਨੇ ਤੇ ਹੋਰ ਕੁਝ ਨਹੀਂ ਕਰ ਸਕਦਾ ਤੇ ਆਹ ਤੇ ਕਰ ਲਾ, ਇੰਨਾ ਕਿਤੇ ਕਰ ਲਾ। ਹੱਥ ਜੋੜ, ਨਿਮਾਣਾ ਹੋ, ਦਾਸ ਬਣ, ਦਾਸਾ ਭਾਵ ਲਿਆ ਅੰਦਰ ਤੇ ਅਰਦਾਸ ਕਰ। ਤੇ ਅਰਦਾਸ ਮਾਰੇ ਕਹਿੰਦੇ ਇੱਕੋ ਹੀ ਕਰੀ, ਕਿਤੇ ਲੰਮਾ ਚੌੜਾ ਖਲਾਰਾ ਨਾ ਪਾ ਲਈ, ਫੇਰ ਨਾ ਕਿਤੇ ਰੋਲ ਕਚੋਲ 'ਚ ਫਸ ਜੀ। ਇੱਕੋ ਹੀ ਕਰੀ ਮਾਰੇ ਕਹਿੰਦੇ ਆ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮਹਾਰਾਜ ਮੇਰੀ ਦਾਸ ਦੀ ਤੁਹਾਡੇ ਚਰਨਾਂ ਵਿੱਚ ਅਰਜ਼ ਹੈ, ਜੇ ਤੁਹਾਨੂੰ ਪ੍ਰਵਾਨ ਹੋਵੇ ਤੇ, ਜੇ ਤੁਸੀਂ ਠੀਕ ਸਮਝੋ, ਚੰਗਾ ਸਮਝੋ, ਮਹਾਰਾਜ ਮੇਰੀ ਦਾਸ ਦੀ ਅਰਜ਼ ਹੈ ਤੁਹਾਡੇ ਚਰਨਾਂ ਵਿੱਚ, ਮੈਂ ਦੀਜਾ ਨਾਮ ਨਿਵਾਸ ਹਰ ਗੁਣ ਗਾਵਸੀ। ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿਓ ਤੇ ਦਿਨ ਰਾਤ ਮੈਨੂੰ ਬਲ ਬਖਸ਼ੋ, ਮੈਂ ਤੁਹਾਡੇ ਗੁਣ ਗਾਉਂਦਾ ਰਵਾਂ, ਦਿਨ ਰਾਤ ਗੁਣ ਗਾਵਾਂ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜੀ ਦੇ ਮੁੱਖ ਵਾਕ ਸ਼ਬਦ। ਇਹ ਸ਼ਬਦ ਨੂੰ ਪੜ੍ਹਦਿਆਂ ਘੱਟ ਤੋਂ ਘੱਟ ਪੌਣਾ ਘੰਟਾ ਲੱਗ ਜਾਣਾ ਤੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕਿਉਂ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ। ਤੇ ਬਾਬਾ ਜੀ ਨੇ ਵੀ ਤੁਹਾਨੂੰ ਸੰਗਤ ਨੂੰ ਆਸ਼ੀਰਵਾਦ ਦੇਣਾ ਹੈ। ਤੇ ਜਿਹੜੇ ਬਾਬਾ ਜੀ ਅੱਗੇ ਜਿਨ੍ਹਾਂ ਨੂੰ ਸੇਵਾ ਪ੍ਰਾਪਤ ਹੋਈ ਆ, ਮੈਨੂੰ ਦਰਸ਼ਨ ਕੀਤਿਆਂ ਹੀ ਪਤਾ ਲੱਗੇਗਾ ਕਿਹੜੇ ਸਿੰਘ ਨੇ। ਇਹ ਨੇ, ਬਹੁਤ ਖੁਸ਼ੀ, ਵਧਾਈ ਹੋਵੇ ਜੀ, ਬਹੁਤ ਖੁਸ਼ੀ। ਬੜੇ ਲੰਮੇ ਸਮੇਂ ਤੋਂ ਬਾਬਾ ਜੀ ਦੇ ਨਾਲ ਇਹ ਸੇਵਾ ਨਿਭਾ ਰਹੇ ਨੇ ਤੇ ਬਹੁਤ ਕੁਝ ਇਹਨਾਂ ਦੇ ਕੋਲੋਂ ਸਿੱਖਿਆ ਹੈ। ਤੇ ਸਾਨੂੰ ਬਾਬੇ ਮਹਾਰਾਜ ਕਿਰਪਾ ਕਰਨ। ਗੁਰਮੁਖ ਮਹਾਂਪੁਰਖਾਂ ਦੀ ਲੋੜ ਹੈ, ਭਲੇ ਪੁਰਸ਼ਾਂ ਦੀ ਲੋੜ ਹੈ, ਚੰਗਿਆਂ ਦੀ ਲੋੜ ਹੈ। ਆਸ਼ੀਰਵਾਦ ਦਿਓ ਸਾਰੇ ਜਣੇ ਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਬਾਬਾ ਜੀ ਵਾਂਗੂ ਪ੍ਰੇਮ ਦੇ ਨਾਲ ਨਿਭਾਵਣ। ਹੁਣ ਸੰਗਤ ਜੀ ਮੇਰੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਮੇਰੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਜੀ, ਜਿਨ੍ਹਾਂ ਨੂੰ ਸੰਗਤ ਬਹੁਤ ਪਿਆਰ ਕਰਦੀ ਹੈ ਤੇ ਬੁੱਧਵਾਰ ਵਿਹਲਾ ਰੱਖਦੇ, ਅੱਗੋਂ ਬਾਕੀ ਦਿਨ ਸਾਰੇ ਇਹਨਾਂ ਦੇ ਦੋਸਤਾਨ ਦੇ, ਅੱਜ ਕਦੀ ਦਿੱਲੀ ਤੇ ਕਦੀ ਸਹਾਰਨਪੁਰ ਦੇ, ਕਦੀ ਕੱਲ੍ਹ ਇਹਨਾਂ ਨੇ ਗੰਗਾ ਨਗਰ ਚਲੇ ਜਾਣਾ ਜੀ।
ਉੱਥੋਂ ਆ ਕੇ ਸਹਾਰਨਪੁਰ ਚਲ ਜਾਣਾ, ਫਿਰ ਦਿੱਲੀ ਚਲੇ ਜਾਣਾ, ਦਿਨ ਰਾਤ ਵੇਲ ਨਹੀਂ ਹੈਗਾ ਜੀ, ਚੱਲ ਸੋ ਚੱਲ। ਤੇ ਬੁੱਧਵਾਰੇ ਪੱਕਾ ਵੇਲਾ ਰੱਖਦੇ ਨੇ, ਹਾਂਜੀ। ਤੇ ਬੜੀ ਨਿਮਰਤਾ ਮੇਰੇ ਨਾਲ ਵਾਜੇ ਤੇ ਬੈਠ ਕੇ ਸਾਥ ਕੀਰਤਨ ਕਰਦੇ ਨੇ। ਹੁਣ ਇਹਨਾਂ ਦੇ ਕੋਲੋਂ 2-4 ਮਿੰਟ ਵਿੱਚ ਇੱਕ ਸ਼ਬਦ ਤੁਸੀਂ ਸਰਵਣ ਕਰ ਲਓ, ਹਾਂਜੀ। ਬੜਾ ਸੰਗਤਾਂ ਇਹ ਸ਼ਬਦ ਸੁਣਦੀਆਂ ਇਹਨਾਂ ਦੇ ਕੋਲੋਂ। ਇੱਕ ਬੇਨੰਤੀ ਮੇਰੀ, ਉਸ ਤੋਂ ਬਾਅਦ ਫਿਰ ਅਸੀਂ ਦਾਸ ਪੇ ਫਤਿਹ ਬੁਲਾਵਾਂਗੇ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਮੇਰੀ ਮੱਤ ਬੜੀ ਥੋੜ੍ਹੀ ਹੈ ਤੇ ਮੈਨੂੰ ਭੁੱਲਾਂ ਦੀ ਮਾਫੀ ਦੇ ਦਿਓ। ਸਾਡੇ ਸਤਿਕਾਰਯੋਗ ਸੈਕਟਰੀ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਖੁੱਲ੍ਹਾ ਟਾਈਮ ਇਹਨਾਂ ਦਾ, ਤਾਂ ਮੈਂ ਇੰਨਾ ਸਮਾਂ ਜ਼ਿਆਦਾ ਲਾਇਆ। ਜੇ ਹੁਕਮ ਕਰ ਦਿੰਦੇ ਤਾਂ ਆਪਾਂ ਥੋੜ੍ਹਾ ਟਾਈਮ ਵੀ ਲਾ ਲੈਣਾ ਸੀਗਾ, ਪਰ ਬਾਬਾ ਹਰਭਜਨ ਸਿੰਘ ਜੀ ਮੇਰਾ ਲਿਹਾਜ਼ ਕਰਦੇ ਨੇ ਜੀ। ਸਾਡਾ ਪੁਰਾਣਾ ਪ੍ਰੇਮ ਹੈ ਨਾ ਜੀ, ਉਹ ਮੇਰਾ ਲਿਹਾਜ਼ ਕਰਦੇ, ਕਹਿੰਦੇ ਖੁੱਲ੍ਹਾ ਟਾਈਮ ਦਿਓ, ਹਾਂਜੀ। ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ, ਭੁੱਲਾਂ ਦੀ ਮਾਫੀ ਦਿਓ। ਸੱਚੇ ਪਾਤਸ਼ਾਹ ਸਾਡਾ ਗਰੀਬਾਂ ਦਾ ਤੇ ਤੁਹਾਡਾ ਆਇਆ ਮਹਾਰਾਜ ਸਫਲਾ ਕਰਨ। ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ